हाँ जी विद्यार्थियों, स्वागत है तुहाडा सारिਆਂ ਦਾ रीट पंजाबी ਦੀ ਜਮਾਤ ਵਿੱਚ ਜਿਹਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ। हाँ, एक अपनी जमात होर ਸੀਗੀ ਪੰਜਾਬੀ ਭਾਸ਼ਾ ਅਧਿਆਪਨ ਦੀਆਂ ਵਿਧੀਆਂ ਦੀ ਗੱਲ ਕਰਾਂਗੇ। ਆਪਾਂ ਇੱਕ ਜਿਹੜੀ ਆਪਾਂ ਪਿਛਲੀ ਜਮਾਤ ਇੱਕ ਪੜ੍ਹੀ ਸੀਗੀ ਜਿਹਦੇ ਵਿੱਚ ਆਪਾਂ ਪੰਜਾਬੀ ਭਾਸ਼ਾ ਅਧਿਆਪਨ ਦੇ ਸਿਧਾਂਤਾਂ ਬਾਰੇ ਗੱਲ ਕੀਤੀ ਸੀ ਤੇ ਇੱਕ ਹੈ ਪੰਜਾਬੀ ਭਾਸ਼ਾ ਅਧਿਆਪਨ ਦੀਆਂ ਵਿਧੀਆਂ। ਹੁਣ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ, ਜਦੋਂ ਪੰਜਾਬੀ ਭਾਸ਼ਾ ਅਧਿਆਪਨ ਦੀ ਆਪਾਂ ਜਮਾਤ ਸ਼ੁਰੂ ਕੀਤੀ ਸੀ ਉਹਦੇ ਵਿੱਚ ਇਹ ਗੱਲ ਆਪਾਂ ਕਲੀਅਰ ਕੀਤੀ ਸੀ ਵੀ ਸਿਧਾਂਤ ਤੇ ਵਿਧੀਆਂ ਦੇ ਵਿੱਚ ਥੋੜਾ ਜਿਹਾ ਮਤਲਬ ਕੀ ਹੁੰਦਾ ਵੀ ਇਹਦੇ ਵਿੱਚ ਪੰਜਾਬੀ ਭਾਸ਼ਾ ਅਧਿਆਪਨ ਦੀਆਂ ਵਿਧੀਆਂ ਵੀ ਆ ਗਿਆ, ਪੰਜਾਬੀ ਭਾਸ਼ਾ ਅਧਿਆਪਨ ਦੇ ਸੂਤਰ ਵੀ ਆ ਗਏ, ਪੰਜਾਬੀ ਭਾਸ਼ਾ ਅਧਿਆਪਨ ਦੇ ਸਿਧਾਂਤ ਵੀ ਆ ਗਏ, ਹੈ ਨਾ। ਇਹ ਸਾਰੀਆਂ ਤਿੰਨੇ ਗੱਲਾਂ ਜਿਹੜੀਆਂ ਇਹਨਾਂ ਦੇ ਵਿੱਚੋਂ ਇੱਕ ਪ੍ਰਸ਼ਨ ਜਿਹੜਾ ਆਉਂਦਾ ਲਾਜ਼ਮੀ ਹੈ, ਜ਼ਰੂਰ ਆਊਗਾ। ਇਹਦੇ ਵਿੱਚੋਂ ਵੀ ਨਾਲ ਤੁਹਾਨੂੰ ਪ੍ਰਸ਼ਨ ਵੀ ਦੱਸੂਗਾ ਕਿ ਐਗਜ਼ਾਮੀਨਰ ਆ ਜਿਹੜਾ ਉਹ ਕਿਵੇਂ ਪ੍ਰਸ਼ਨ ਬਣਾਉਂਦਾ। ਇਹਦੇ ਵਿੱਚੋਂ ਇੱਕ ਨਾਰਮਲ ਪ੍ਰਸ਼ਨ ਕਿਵੇਂ ਬਣਾਉਂਦਾ ਤੇ ਰੀਟ ਦੇ ਅਕੋਰਡਿੰਗ ਜੇ ਆਪਾਂ ਦੇਖੀਏ ਲੈਵਲ ਦੇ ਹਾਰਡ ਤੋਂ ਹਾਰਡ ਪ੍ਰਸ਼ਨ ਕਿਵੇਂ ਦਾ ਬਣ ਸਕਦਾ ਉਹ ਆਪਾਂ ਦੇਖਦੇ ਹਾਂ। ਆ ਜਾਓ। ਅਧਿਆਪਨ ਦੀਆਂ ਵਿਧੀਆਂ ਸਭ ਤੋਂ ਪਹਿਲੀ ਜਿਹੜੀ ਲਾਈਨ ਲਿਖੀ ਹੈ ਉਹਦੇ ਵਿੱਚ ਇੱਕ ਪ੍ਰਸ਼ਨ ਹੈ, ਆਧੁਨਿਕ ਸਿੱਖਿਆ ਹੈ, ਐਵੇਂ ਪ੍ਰਸ਼ਨ ਦਿੱਤਾ ਹੁੰਦਾ। ਬਾਲ ਕੇਂਦਰਿਤ, ਅਧਿਆਪਕ ਕੇਂਦਰਿਤ, ਸਕੂਲ ਕੇਂਦਰਿਤ, ਇਸ ਤਰ੍ਹਾਂ ਕਰਕੇ ਆਪਸ਼ਨ ਪਾਏ ਹੁੰਦੇ ਆ। ਸੋ ਇੱਕ ਨਾਰਮਲ ਪ੍ਰਸ਼ਨ ਜਿਹੜਾ ਪਹਿਲਾਂ ਬਣਦਾ ਵੀ ਆਧੁਨਿਕ ਸਿੱਖਿਆ ਹੈ ਜਿਹੜੀ ਉਹ ਬਾਲ ਕੇਂਦਰਿਤ ਹੈ। ਅਗਲੀ ਗੱਲ ਦੇਖਦੇ ਹਾਂ, ਬਾਲਕ ਦੀਆਂ ਲੋੜਾਂ, ਰੁਚੀਆਂ, ਮਾਨਸਿਕ ਅਵਸਥਾ ਦਾ ਧਿਆਨ ਰੱਖ ਕੇ ਬਣਾਈ ਜਾਂਦੀ ਹੈ। ਹੁਣ ਉਹ ਗੱਲ ਨਹੀਂ ਰਹਿ ਗਈ ਆਧੁਨਿਕ ਸਿੱਖਿਆ ਬਾਲ ਕੇਂਦਰਿਤ ਹੈ, ਇਹਦੇ ਪਿੱਛੇ ਇਹਦਾ ਮਤਲਬ ਕਿ ਤੁਸੀਂ ਕਿਵੇਂ ਕਹਿ ਸਕਦੇ ਹੋ, ਆਧਾਰ ਕੀ ਰੱਖਿਆ ਇਹਦਾ ਵੀ ਬਾਲ ਕੇਂਦਰਿਤ ਹੈ। ਕਿਵੇਂ ਆ ਬਾਲ ਕੇਂਦਰਿਤ? ਬਾਲ ਕੇਂਦਰਿਤ ਇਹ ਹੈ ਕਿ ਉਸ ਆਧੁਨਿਕ ਸਿੱਖਿਆ ਦੇ ਵਿੱਚ, ਸਾਡੀ ਆਧੁਨਿਕ ਸਿੱਖਿਆ ਪ੍ਰਣਾਲੀ ਦੇ ਵਿੱਚ ਕੀ ਕੀਤਾ ਜਾਂਦਾ ਹੈ, ਬੱਚੇ ਦੀ ਮਾਨਸਿਕ ਅਵਸਥਾ ਨੂੰ ਬੱਚੇ ਦੀ ਲੋੜ ਅਨੁਸਾਰ, ਬੱਚੇ ਦੀ ਰੁਚੀ ਦੇ ਅਨੁਸਾਰ ਉਸ ਨੂੰ ਗਿਆਨ ਪ੍ਰਦਾਨ ਕੀਤਾ ਜਾਂਦਾ ਹੈ। ਇਸ ਨੂੰ ਕਿਹਾ ਜਾਂਦਾ ਆਧੁਨਿਕ ਸਿੱਖਿਆ ਬਾਲ ਕੇਂਦਰਿਤ। ਆ ਜਿਹੜੀ ਹੁਣ ਆ ਜਿਹੜੀ ਮਾਤ ਭਾਸ਼ਾ ਜਿਹੜੀ ਆਪਾਂ ਪੜ੍ਹਾਉਣੀ ਹੈ ਬੱਚੇ ਨੂੰ, ਵੀ ਇਹ ਲਾਜ਼ਮੀ ਆ। ਮਤਲਬ ਕੀ ਹੈ ਵੀ ਇੱਕ ਤਰ੍ਹਾਂ ਦਾ ਹੋ ਗਿਆ ਇਹ ਵੀ ਜਿਹੜੀ ਬੱਚੇ ਨੂੰ 1 ਤੋਂ ਲੈ ਕੇ 8 ਤੱਕ ਦੀ ਸਿੱਖਿਆ ਉਹ ਮਾਤ ਭਾਸ਼ਾ ਦੇ ਵਿੱਚ ਕਰਵਾਈ ਜਾਵੇ। ਇਹ ਵੱਧ ਤੋਂ ਵੱਧ ਕੋਸ਼ਿਸ਼ ਰਹਿੰਦੀ ਹੈ। ਹਾਲਾਂਕਿ ਇਹ ਪ੍ਰਕਿਰਿਆ ਪੂਰੀ ਇੱਕ ਦੁਰਸਤ ਨਹੀਂ ਹੈ, ਵੀ ਪੂਰੀ ਮਤਲਬ ਕਲੀਅਰ ਨਹੀਂ ਗੀ ਸਥਿਤੀ ਇਹਦੇ 'ਤੇ ਵੀ ਕੀ ਹੋਣਾ ਚਾਹੀਦਾ, ਵੀ ਸਹੀ ਵਾਕਈ ਮਾਤ ਭਾਸ਼ਾ ਦੇ ਵਿੱਚ ਹੀ ਉਸ ਦੇ 'ਚ ਹੋਣੀ ਚਾਹੀਦੀ ਹੈ। ਕਿਉਂਕਿ ਮਾਤ ਭਾਸ਼ਾ ਤਾਂ ਦੇਖੋ, ਜਿਵੇਂ ਮੰਨ ਲਓ ਕੋਈ ਪੰਜਾਬੀ ਏਰੀਆ ਹੈ, ਪੰਜਾਬੀ ਏਰੀਏ ਦੇ ਵਿੱਚ ਬੱਚੇ ਆ ਜਿਹੜੇ ਪੰਜਾਬੀ ਪੜ੍ਹਦੇ ਆ, ਅਦਰ ਜਿਹੜੇ ਹੈਗੇ ਆ ਕਾਸਟ ਵਾਲੇ ਉਹ ਵੀ ਨਾਲ ਪੰਜਾਬੀ ਪੜ੍ਹਦੇ ਆ। ਸੋ ਉਹ ਤਾਂ ਉਹਨਾਂ ਦੀ ਮਾਤ ਭਾਸ਼ਾ ਨਹੀਂ ਗੀ ਨਾ, ਪੰਜਾਬੀ ਵੀ ਤਾਂ ਉਹਨਾਂ ਦੀ ਮਾਤ ਭਾਸ਼ਾ ਨਹੀਂ ਗੀ। ਜਿਹੜੇ ਅਦਰ ਆ ਜਿਨ੍ਹਾਂ ਦੀ ਅਦਰ ਭਾਸ਼ਾ, ਜਿਹੜੇ ਕੋਈ ਵਿਚਾਰੇ ਰਾਜਸਥਾਨੀ ਬੋਲਦੇ ਆ ਜਾਂ ਕੋਈ ਆਪਣੇ ਕੋਈ ਹੋਰ ਮੰਨ ਲਓ ਕੋਈ ਲੈਂਗੁਏਜ ਬੋਲਦੇ ਆ ਜਿਹੜੀ, ਫਿਰ ਵੀ ਉਹ ਪੜ੍ਹਦੇ ਆ। ਸੋ ਮਾਤ ਭਾਸ਼ਾ ਵਾਲਾ ਹਾਂ ਠੀਕ ਹੈ, ਜਿਹਦਾ ਤਬਕਾ ਥੋੜ੍ਹਾ ਜਿਹਾ ਜ਼ਿਆਦਾ ਹੈ, ਮੰਨ ਲਓ ਗਿਣਤੀ ਦੇ ਵਿੱਚ ਬਹੁਤ ਸੰਖਿਅਕ ਆ, ਉਹਨਾਂ ਦੀ ਥੋੜ੍ਹੀ ਜਿਹੀ ਉਹ ਪ੍ਰਾਇਓਰਿਟੀ ਪਹਿਲ ਦਿੱਤੀ ਜਾਂਦੀ ਆ ਉਹਨਾਂ ਨੂੰ, ਬਸ ਇਹੀ ਹੈ। ਵੈਸੇ ਵੀ ਇਸ ਚੀਜ਼ ਦੀ ਕੋਈ ਦਿੱਕਤ ਨਹੀਂ ਹੈ, ਜਿਹਦੀ ਬਹੁ ਸੰਖਿਅਕ ਹੋਵੇ ਉਹਦਾ ਪ੍ਰਭਾਵ ਦੂਜੀ ਭਾਸ਼ਾ 'ਤੇ ਪੈ ਹੀ ਜਾਂਦਾ, ਕੋਈ ਦਿੱਕਤ ਨਹੀਂ ਹੁੰਦੀ। ਜਿਵੇਂ ਮੰਨ ਲਓ ਕੋਈ ਪੰਜਾਬੀ ਕੋਈ ਸਰਦਾਰਾਂ ਦੇ ਬਹੁਤ ਸਾਰੇ ਘਰ ਹੋਣ ਅਤੇ ਦੂਜੀ ਜਿਹੜੀ ਅਦਰ ਕਾਸਟ ਆ ਉਹ ਵੀ ਪੰਜਾਬੀ ਸਿੱਖ ਜਾਂਦੀ ਹੈ, ਇਹ ਨੋਰਮਲ ਆ। ਮੰਨ ਲਓ ਕਿਸੇ ਪਿੰਡ ਦੇ ਵਿੱਚ ਪੰਜਾਬੀਆਂ ਦੇ ਇੱਕਾ ਦੁੱਕਾ ਘਰ ਹੀ ਹੋਣ ਤਾਂ ਉਹ ਵੀ ਦੂਜੇ ਜਿਹੜੇ ਲੋਕ ਹੋਣਗੇ, ਦੂਜੇ ਤਬਕੇ ਦੇ, ਦੂਜੇ ਜਾਤੀ ਦੇ, ਦੂਜੇ ਕੌਮ ਦੇ ਹੋਣਗੇ ਤਾਂ ਉਹਨਾਂ ਦੀ ਭਾਸ਼ਾ ਜਿਹੜੇ ਉਹ ਪੰਜਾਬੀ ਲੋਕ ਆਟੋਮੈਟਿਕ ਹੀ ਸਿੱਖ ਜਾਣਗੇ। ਸੋ ਇਹ ਭਾਸ਼ਾ ਦਾ ਸਥਾਨਾਂਤਰਨ, ਆਦਾਨ ਪ੍ਰਦਾਨ, ਇਹ ਇੱਕ ਨਾਰਮਲ ਸਮਾਜਿਕ ਪ੍ਰਕਿਰਿਆ, ਇਹਦੇ ਵਿੱਚ ਕੋਈ ਦਿੱਕਤ ਨਹੀਂ ਹੈ, ਇਹ ਸਧਾਰਨ ਹੈ। ਆਓ ਗੱਲ ਕਰਦੇ ਹਾਂ ਆਪਾਂ ਪੰਜਾਬੀ ਭਾਸ਼ਾ ਅਧਿਆਪਨ ਦੀਆਂ ਵਿਧੀਆਂ ਦੀ। ਵੀ ਆਧੁਨਿਕ ਸਿੱਖਿਆ ਜਿਹੜੀ ਬਾਲ ਕੇਂਦਰਿਤ ਹੋਣ ਕਰਕੇ ਬਾਲਕ ਦੀਆਂ ਲੋੜਾਂ, ਬਾਲਕ ਦੀਆਂ ਰੁਚੀਆਂ, ਬੱਚਾ ਪੜ੍ਹਨ ਦੇ ਵਿੱਚ ਸਭ ਤੋਂ ਜ਼ਿਆਦਾ ਰੁਚੀ ਆਪਣੀ ਮਾਤ ਭਾਸ਼ਾ ਦੇ ਵਿੱਚ ਲੈਂਦਾ ਹੈ, ਕਿਉਂਕਿ ਮਾਤ ਭਾਸ਼ਾ ਨੂੰ ਅਲੱਗ ਤੋਂ ਸਿੱਖਣ ਦੀ ਲੋੜ ਨਹੀਂ ਪੈਂਦੀ ਉਹਨੂੰ। ਇਸ ਕਰਕੇ ਹੀ ਤਾਂ ਬਾਲਕ ਦੀ ਲੋੜ ਇਸੇ ਨੂੰ ਕਿਹਾ ਜਾਂਦਾ, ਬੱਚੇ ਦੀ ਰੁਚੀ। ਸਿੱਖਿਆ ਵਿੱਚ ਕਿਹੜੀ ਗੱਲ 'ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਅੱਜ ਕੱਲ੍ਹ? ਕਿਰਿਆਸ਼ੀਲਤਾ 'ਤੇ। ਬਾਲਕ ਜਿੰਨਾ ਕਿਰਿਆਸ਼ੀਲ ਰਹੂਗਾ ਜਮਾਤ ਦੇ ਵਿੱਚ, ਮੰਨ ਲਓ ਤੁਸੀਂ ਪੜ੍ਹਾ ਰਹੇ ਹੋ, ਇਹ ਤੁਹਾਡੀ ਇਹ ਇੱਕ ਫਰਜ਼ ਬਣਦਾ ਕਿ ਤੁਸੀਂ ਬਾਲਕ ਨੂੰ ਵੱਧ ਤੋਂ ਵੱਧ ਕਿਰਿਆਸ਼ੀਲ ਰੱਖੋ, ਐਕਟਿਵ ਰੱਖੋ, ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਅਗਰ ਬੱਚਾ ਕਿਰਿਆਸ਼ੀਲ ਹੈ ਤਾਂ ਇਸ ਦਾ ਮਤਲਬ ਕੀ ਹੈ ਵੀ ਜੋ ਗਿਆਨ ਆਪਾਂ ਉਹਨੂੰ ਪ੍ਰਦਾਨ ਕਰਨਾ ਚਾਹੁੰਦੇ ਹਾਂ ਉਹ ਗਿਆਨ ਉਹ ਪ੍ਰਾਪਤ ਕਰ ਰਿਹਾ। ਅਗਰ ਕਿਰਿਆਸ਼ੀਲ ਨਹੀਂ ਹੈ ਤਾਂ ਫਿਰ ਕਿਰਿਆਸ਼ੀਲਤਾ ਦਾ ਸਿਧਾਂਤ ਤੁਸੀਂ ਮਨੋਵਿਗਿਆਨ ਦੇ ਵਿੱਚ ਪੜ੍ਹਦੇ ਆ, ਆਪਾਂ ਵੀ ਗੱਲ ਕੀਤੀ ਸੀ ਜਦੋਂ ਪੰਜਾਬੀ ਭਾਸ਼ਾ ਅਧਿਆਪਨ ਦੇ ਸਿਧਾਂਤ ਪੜ੍ਹੇ ਸੀ। ਹਾਂ, ਕਿਰਿਆਸ਼ੀਲਤਾ ਦੇ ਵਿੱਚ ਵੱਧ ਤੋਂ ਜ਼ੋਰ ਦਿੱਤਾ ਜਾਂਦਾ ਹੈ, ਇਸ ਦਾ ਸੰਬੰਧ ਵਾਸਤਵਿਕ ਜੀਵਨ ਨਾਲ ਜੋੜਿਆ ਜਾਂਦਾ ਹੈ। ਆਧੁਨਿਕ ਸਿੱਖਿਆ ਪ੍ਰਣਾਲੀ ਹੈ ਜਿਹੜੀ, ਉਸ ਦਾ ਸੰਬੰਧ ਵਾਸਤਵਿਕ ਜੀਵਨ ਦੇ ਨਾਲ, ਜਿਹੜਾ ਗਿਆਨ ਬੱਚੇ ਨੂੰ ਦਿੱਤਾ ਜਾਂਦਾ ਉਹ ਉਹਦੇ ਵਾਸਤਵਿਕ ਜੀਵਨ ਦੇ ਵਿੱਚ ਕਿੰਨਾ ਕੁ ਕੰਮ ਆਊਗਾ, ਕਿੰਨਾ ਕੁ ਕਾਰਗਰ ਹੋਊਗਾ, ਉਹਦੇ ਕੋਈ ਕੰਮ ਆਊਗਾ ਵੀ ਕਿ ਨਹੀਂ ਵਾਸਤਵਿਕ ਜੀਵਨ ਦੇ ਵਿੱਚ। ਇਸ ਗੱਲ ਨੂੰ ਆਧਾਰ ਬਣਾ ਕੇ ਹੀ ਬੱਚੇ ਨੂੰ ਗਿਆਨ ਪ੍ਰਦਾਨ ਕੀਤਾ ਜਾਂਦਾ ਹੈ।
ਮਨੋਵਿਗਿਆਨਿਕ ਸਿਧਾਂਤਾਂ ਦੇ ਉੱਪਰ ਆਧਾਰਿਤ ਨਵੀਨ ਸਿੱਖਿਆ ਦੀਆਂ ਵਿਧੀਆਂ ਆਪਾਂ ਕਿਹੜੀਆਂ ਪੜ੍ਹਨੀਆਂ ਦੇਖ ਲਓ ਜੀ। ਆਪਾਂ ਇੱਕ ਮਾਂਟੇਸਰੀ ਵਿਧੀ ਪੜ੍ਹਾਂਗੇ। ਮਾਂਟੇਸਰੀ ਵਿਧੀ ਦਾ ਤਾਂ ਤੁਹਾਨੂੰ ਪਤਾ ਹੀ ਹੈ, ਜਨਮਦਾਤਾ ਜਿਹੜੀ ਉਹ ਹੈਗੀ ਆ ਮੈਡਮ ਮਾਰੀਆ ਮਾਂਟੇਸਰੀ ਹੈ। ਕਿੰਡਰਗਾਰਟਨ ਦਾ ਜਨਮਦਾਤਾ ਫਰੋਬਲ ਹੈ। ਸਭ ਤੋਂ ਪਹਿਲਾਂ ਤਾਂ ਆਹੀ ਪ੍ਰਸ਼ਨ ਧਿਆਨ ਦੇ ਵਿੱਚ ਰੱਖਣੇ ਆ। ਪਹਿਲਾਂ ਤਾਂ ਆਪਾਂ ਵੱਡੇ ਪ੍ਰਸ਼ਨ ਨੂੰ ਪੈ ਜਾਂਦੇ ਹਾਂ ਟੁੱਟ ਕੇ, ਉੱਧਰੋਂ ਨੋਰਮਲ ਪ੍ਰਸ਼ਨ ਹੈ ਜਿਹੜਾ ਆਪਣਾ ਉਹ ਗਲਤ ਹੋ ਜਾਂਦਾ ਕਈ ਵਾਰੀ। ਸਭ ਤੋਂ ਪਹਿਲਾਂ ਆਹ ਲਿਸਟ ਯਾਦ ਰੱਖਣੀ ਹੈ ਤੁਸੀਂ। ਪ੍ਰੋਜੈਕਟ ਵਿਧੀ ਜਾਂ ਯੋਜਨਾ ਵਿਧੀ। ਪ੍ਰੋਜੈਕਟ ਦਾ ਸ਼ਬਦ, ਪ੍ਰੋਜੈਕਟ ਇੰਗਲਿਸ਼ ਦਾ ਸ਼ਬਦ ਹੈ, ਇਹਨੂੰ ਜੇ ਹਿੰਦੀ ਜਾਂ ਪੰਜਾਬੀ 'ਚ ਆਪਾਂ ਟਰਾਂਸਲੇਟ ਕਰੀਏ ਤਾਂ ਯੋਜਨਾ ਜਾਂ ਪਰਿਯੋਜਨਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਹਾਂ, ਲਾਰਡ ਡਿਊਈ ਨੇ ਦਿੱਤੀ ਹੈ। ਸਮਵਾਏ ਵਿਧੀ ਆ ਗਈ। ਖੇਡ ਵਿਧੀ ਕਾਲਡਵੇਲਟ ਕੋ ਸਮਵਾਏ ਵਿਧੀ ਦੇ ਅੱਗੇ ਕੁਛ ਲਿਖਿਆ ਨਹੀਂ ਗਾ, ਕਿਉਂਕਿ ਸਮਵਾਏ ਵਿਧੀ ਹੈ ਜਿਹੜੀ ਉਹ ਆਪਣੇ ਜਿਹੜੀ ਮਹਾਤਮਾ ਗਾਂਧੀ ਨੇ ਇੱਕ ਚਲਾਈ ਸੀਗੀ ਇੱਕ ਉਹ ਸਿਧਾਂਤ, ਉਹਦੇ 'ਚੋਂ ਉਸ ਤੋਂ ਪ੍ਰਭਾਵਿਤ ਇਹ ਵਿਧੀ ਆ ਸਮਵਾਏ ਵਿਧੀ। ਖੇਡ ਵਿਧੀ ਦਾ ਜ਼ਰੂਰੀ ਧਿਆਨ ਰੱਖਣਾ ਤੁਸੀਂ, ਕਾਲਡਵੇਲਟ ਕੁੱਕ ਦੀ ਹੈ। ਭਾਸ਼ਾ ਪ੍ਰਯੋਗਸ਼ਾਲਾ ਵਿਧੀ 1966 ਅਮਰੀਕਾ ਦੇ ਵਿੱਚ ਇਹਦਾ ਨਿਰਮਾਣ ਹੋਇਆ ਸੀ। ਪ੍ਰਤੱਖ ਭਾਸ਼ਾ ਵਿਧੀ, ਅਪ੍ਰਤੱਖ ਅਤੇ ਸੰਰਚਨਾਤਮਕ ਵਿਧੀ, ਇਹਨਾਂ ਦੀ ਵੀ ਆਪਾਂ ਥੋੜ੍ਹੀ ਗੱਲ ਕਰਾਂਗੇ। ਇਹਦੇ ਵਿੱਚੋਂ ਪ੍ਰਸ਼ਨ ਜ਼ਰੂਰ ਆਉਂਦਾ ਹੁੰਦਾ। ਇਹਨਾਂ ਦੇ ਵਿੱਚੋਂ ਦੇਖੋ ਇੱਕ ਪ੍ਰਸ਼ਨ ਆਊਗਾ ਹੀ ਆਊਗਾ, ਲਾਜ਼ਮੀ ਹੈ। ਬਾਕੀ ਐਗਜ਼ਾਮੀਨਰ ਦੀ ਮਰਜ਼ੀ ਹੈ ਵੀ ਪੁੱਛੇ ਨਾ ਪੁੱਛੇ, ਇੱਕ ਵਾਰੀ ਤਾਂ ਜ਼ਰੂਰ ਆਪਾਂ ਉਸ ਹਿਸਾਬ ਨਾਲ ਹੀ ਚੱਲਣਾ। ਅਤੇ ਪ੍ਰਸ਼ਨ ਬਣਦੇ ਕਿਵੇਂ ਮੈਂ ਤੁਹਾਨੂੰ ਦੱਸਦਾ ਜਾਊਂਗਾ ਨਾਲ। ਮਾਂਟੇਸਰੀ ਵਿਧੀ ਦੀ ਨਿਰਮਾਤਾ ਇਟਲੀ ਦੀ ਨਿਵਾਸੀ ਹੈ ਮਾਰੀਆ ਮਾਂਟੇਸਰੀ। ਇਹ ਹੈ ਜਿਹੜੀ ਮਾਂਟੇਸਰੀ ਵਿਧੀ ਹੈ, ਇਹ ਖੇਡ ਆਧਾਰਿਤ ਵਿਧੀ ਹੈ। ਖੇਡ ਆਧਾਰਿਤ ਵਿਧੀ ਦੇਖੋ ਕਿਵੇਂ ਹੈ ਜੀ। ਬੱਚੇ ਨੂੰ ਸਭ ਤੋਂ ਜ਼ਿਆਦਾ ਪਸੰਦ ਕੀ ਚੀਜ਼ ਆਉਂਦਾ? ਖੇਡਣਾ ਹੀ ਤਾਂ ਪਸੰਦ ਆਉਂਦਾ। ਬੱਚੇ ਦਾ ਸਿਸਟਮ ਹੀ ਐਵੇਂ ਦਾ ਹੁੰਦਾ ਵੀ ਬੱਚੇ ਨੂੰ ਬਸ ਖੇਡਣ ਲਾਈ ਰੱਖੋ, ਬਸ ਕੋਈ ਲੋੜ ਨਹੀਂ ਉਹਨੂੰ, ਕੁਛ ਨਾ ਪੁੱਛੋ, ਭਾਵੇਂ ਬਸ ਉਹਨੂੰ ਖੇਡਣ ਲਾ ਦਿਓ, ਉਹਨੇ ਕਹਿਣਾ ਬਸ ਮੇਰੇ ਵਰਗਾ ਕੋਈ ਨਹੀਂ। ਖੇਡ ਵਿੱਚ ਕਰਕੇ ਸਿੱਖਣਾ। ਮਾਂਟੇਸਰੀ ਦਾ ਕਹਿਣਾ ਹੈ ਕਿ ਬਾਲਕ ਨੂੰ ਘਰ ਵਰਗਾ ਵਾਤਾਵਰਣ ਦਿੱਤਾ ਜਾਵੇ। ਇੱਕ ਤਾਂ ਉਸ ਨੂੰ ਇਸ ਤਰ੍ਹਾਂ ਦਾ ਆਸੇ ਪਾਸੇ ਦਾ এনवायरमेंट ਇਸ ਤਰ੍ਹਾਂ ਦਾ ਹੋਵੇ ਜੋ ਬਿਲਕੁਲ ਉਸਦੇ ਘਰ ਵਰਗਾ ਹੋਵੇ, ਜਿਵੇਂ ਬੱਚਾ ਘਰੇ ਬਿਨਾਂ ਕੋਈ ਸੰਕੋਚ ਸ਼ਰਮ ਕੀਤਿਆਂ ਆਪਣਾ ਮੰਨ ਲਓ ਬੱਚਾ ਜਿਹੜਾ ਮਾਤ ਭਾਸ਼ਾ ਸਿੱਖਦਾ ਘਰ ਦੇ ਵਿੱਚ, ਘਰ ਦਾ ਮਾਹੌਲ ਹੀ ਐਸਾ ਹੁੰਦਾ ਕਿ ਉਹਨੂੰ ਕਦੇ ਫੀਲ ਨਹੀਂ ਹੁੰਦਾ ਵੀ ਉਹ ਮਾਤ ਭਾਸ਼ਾ ਸਿੱਖ ਰਿਹਾ। ਬੱਚੇ ਨੂੰ ਕੋਈ ਪਤਾ ਨਹੀਂ ਉਸ ਨੂੰ ਵੀ ਮੈਂ ਕੋਈ ਲੈਂਗੁਏਜ ਸਿੱਖੀ ਜਾ ਰਿਹਾ, ਨਾ ਕੋਈ ਪਤਾ ਨਹੀਂ, ਨਾ ਜਿਹੜੇ ਘਰ ਦੇ ਵਿੱਚ ਦੂਜੇ ਮੈਂਬਰ ਆ ਨਾ ਉਹਨਾਂ ਨੂੰ ਹੀ ਪਤਾ ਵੀ ਸਾਡਾ ਕਰਕੇ ਇਹ ਇੱਕ ਭਾਸ਼ਾ ਸਿੱਖੀ ਜਾ ਰਿਹਾ, ਨਾ ਬਸ ਉਹ ਨੋਰਮਲ ਪ੍ਰੋਸੀਜਰ ਚੱਲਦੀ ਰਹਿੰਦੀ ਹੈ ਨਾ, ਪ੍ਰਕਿਰਿਆ ਇੱਕ ਰੋਜ਼ ਨਵਾਂ ਸ਼ਬਦ ਬੱਚਾ ਕੋਈ ਨਾ ਕੋਈ ਸਿੱਖਦਾ ਰਹਿੰਦਾ। ਬਾਲਕ ਸੁਤੰਤਰ ਰੂਪ ਦੇ ਵਿੱਚ ਭਾਸ਼ਾ ਸਿੱਖੇ, ਜਿਵੇਂ ਘਰ ਦੇ ਵਿੱਚ ਸਿੱਖਦਾ ਉਵੇਂ ਸੁਤੰਤਰ ਰੂਪ ਦੇ ਵਿੱਚ। ਉਹਦੀ ਮਰਜ਼ੀ ਆ ਵੀ ਕਿਹੜਾ ਸ਼ਬਦ ਉਹਨੇ ਬੱਚੇ ਨੇ ਕੈਚ ਕਰਨਾ, ਕਿਹੜਾ ਨਹੀਂ ਕਰਨਾ, ਇਹ ਬੱਚੇ ਦੀ ਮਰਜ਼ੀ ਹੁੰਦੀ ਹੈ ਘਰ ਦੇ ਵਿੱਚ। ਹਾਂ, ਹਰ ਬਾਲਕ ਦੀ ਆਪਣੀ ਇੱਕ ਵਿਲੱਖਣ ਸ਼ਖਸੀਅਤ ਹੁੰਦੀ ਆ। ਹੁਣ ਤੁਸੀਂ ਕਹੋਗੇ ਸਰ ਵਿਲੱਖਣ ਸ਼ਖਸੀਅਤ ਕੀ ਹੁੰਦੀ ਆ? ਅੱਗੇ ਇੰਗਲਿਸ਼ ਟਰਾਂਸਲੇਟ ਵੀ ਮੈਂ ਲਿਖਿਆ, ਮੈਂ ਆਪਣੀ ਬੁੱਕ 'ਤੇ ਤੁਹਾਨੂੰ ਦੱਸਿਆ ਨਾ, ਬਹੁਤ ਮਿਹਨਤ ਕੀਤੀ ਸੀ। ਇੰਡੀਵਿਜੂਅਲ ਪਰਸਨੈਲਿਟੀ ਜਿਹਨੂੰ ਦੇਖੋ, ਹਰ ਬੰਦੇ ਦੇ ਵਿੱਚ ਆਪਣੀ ਇੱਕ ਸ਼ਖਸੀਅਤ ਹੈ। ਹਰ ਬੰਦੇ ਦੀ ਆਪਣੀ ਪਰਸਨੈਲਿਟੀ ਯੂਨੀਕ ਹੈ, ਵੱਖਰੀ ਹੈ, ਜਿਹਨੂੰ ਆਪਾਂ ਅੱਡਰੀ ਕਹਿ ਦਿੰਦੇ ਹਾਂ, ਜਿਹਨੂੰ ਆਪਾਂ ਵਿਲੱਖਣ ਕਹਿ ਦਿੰਦੇ ਹਾਂ, ਵੱਖਰੀ, ਅਲੱਗ, ਦੂਸਰਿਆਂ ਨਾਲੋਂ ਅਲੱਗ ਹੋ ਤੁਸੀਂ। ਹਰ ਇੱਕ ਨਾਲੋਂ, ਤੁਹਾਡਾ ਕਿਸੇ ਨਾਲ ਕੋਈ ਕੰਪੈਰੀਜ਼ਨ ਨਹੀਂ ਹੈ, ਕਿਉਂਕਿ ਤੁਸੀਂ ਆਪਣੇ ਆਪ ਦੇ ਵਿੱਚ ਵਿਲੱਖਣ ਪਰਸਨੈਲਿਟੀ ਹੋ, ਇੰਡੀਵਿਜੂਅਲ ਪਰਸਨੈਲਿਟੀ ਹੋ, ਆਪਣੇ ਆਪ ਦੇ ਵਿੱਚ ਅਨੁਪਮ ਹੈ। ਉਸ ਦੀ ਸ਼ਖਸੀਅਤ ਦਾ ਸੁਭਾਵਿਕ ਵਿਕਾਸ ਵਿਅਕਤੀਗਤ ਸਿੱਖਿਆ ਦੇ ਰੂਪ ਵਿੱਚ ਕਰਨਾ ਚਾਹੀਦਾ। ਇਸੇ ਕਰਕੇ ਹੀ ਤਾਂ ਮੈਡਮ ਜੇ ਮਾਰੀਆ ਮਾਂਟੇਸਰੀ ਆ, ਉਹ ਕਹਿੰਦੀ ਵੀ ਬੱਚੇ ਨੂੰ ਵਿਅਕਤੀਗਤ ਸਿੱਖਿਆ ਦਿੱਤੀ ਜਾਵੇ, ਕਿਉਂਕਿ ਹਰ ਬੱਚੇ ਦੀ ਆਪਣੀ ਇੱਕ ਵਿਲੱਖਣ ਸ਼ਖਸੀਅਤ ਹੈ। ਇਹ ਪ੍ਰਸ਼ਨ ਬਹੁਤ ਔਖਾ ਬਣਦਾ ਹੈ ਵੀ ਵਿਅਕਤੀਗਤ ਸਿੱਖਿਆ ਨੂੰ ਦਾ ਸਮਰਥਨ ਕਰਦੀ ਆ ਉਹ, ਸਮੂਹਿਕ ਸਿੱਖਿਆ ਦਾ ਸਮਰਥਨ ਨਹੀਂ ਕਰਦੀ ਮਾਰੀਆ ਮਾਂਟੇਸਰੀ ਵਿਧੀ ਦੇ ਵਿੱਚ ਵਿਅਕਤੀਗਤ ਸਿੱਖਿਆ ਦਾ ਸਮਰਥਨ ਕੀਤਾ ਗਿਆ। ਧਿਆਨ ਰੱਖਣੀ ਹੈ ਤੁਸੀਂ ਇਹ ਗੱਲ, ਇਹਨੂੰ ਐਗਜ਼ਾਮ ਹਾਲ ਤੱਕ ਲੈ ਕੇ ਜਾਣੀ ਹੈ ਇਹ ਗੱਲ ਹਰ ਹਾਲ ਦੇ ਵਿੱਚ। ਕਿਉਂਕਿ ਇੰਡੀਵਿਜੂਅਲ ਪਰਸਨੈਲਿਟੀ ਸ਼ਬਦ ਹੈ ਜਿਹੜਾ, ਇਹ ਮਾਂਟੇਸਰੀ ਵਿਧੀ ਦੇ ਨਾਲ ਰਿਲੇਟਡ ਹੈ। ਹਰ ਇੱਕ ਬੰਦੇ ਦੀ, ਹਰ ਇੱਕ ਸ਼ਖਸ ਦੀ ਮਤਲਬ ਕੀ ਹੈ ਵੀ ਗਿਆਨ ਪ੍ਰਾਪਤ ਕਰਨ ਦੀ ਆਪਣੀ ਇੱਕ ਸ਼ਕਤੀ ਹੈ, ਆਪਣੀ ਇੱਕ ਪਾਵਰ ਹੈ, ਉਹਦੀ ਆਪਣੀ ਇੱਕ ਐਬਿਲਿਟੀ ਹੈ। ਉਸ ਐਬਿਲਿਟੀ ਦੇ ਅਕੋਰਡਿੰਗ ਉਸ ਨੂੰ ਗਿਆਨ ਪ੍ਰਾਪਤ ਜੇ ਆਪਾਂ ਦਈਏ ਤਾਂ ਦੇਖੋ ਆਪਣੇ ਤਾਂ ਸਕੂਲਾਂ ਦੇ ਵਿੱਚ ਸਮੂਹਿਕ ਸਿੱਖਿਆ ਦਿੱਤੀ ਜਾਂਦੀ ਹੈ। ਜਮਾਤ ਦੇ ਵਿੱਚ ਬੱਚੇ ਸਾਰੇ ਬੈਠੇ ਹੁੰਦੇ ਆ, ਉਸ ਨੂੰ ਸਮੂਹਿਕ ਸਿੱਖਿਆ ਦਿੱਤੀ ਜਾਂਦੀ ਹੈ ਨਾ। ਪਰ ਮਾਂਟੇਸਰੀ ਕਹਿੰਦੀ ਵੀ ਵਿਅਕਤੀਗਤ ਸਿੱਖਿਆ ਦੇ ਜਿਹੜੇ ਰੂਪ ਵਿੱਚ ਕਰਨਾ ਚਾਹੀਦਾ। ਨੋਟ ਲਾ ਕੇ ਅੱਗੇ ਗੱਲ ਲਿਖੀ ਹੈ, ਬਹੁਤ ਇੰਪੋਰਟੈਂਟ ਗੱਲ ਹੈ, ਪ੍ਰਸ਼ਨ ਬਹੁਤ ਵਾਰੀ ਆਇਆ। ਮਾਂਟੇਸਰੀ ਨੇ ਗਿਆਨ ਇੰਦਰੀਆਂ ਨੂੰ ਸਿੱਖਿਆ ਦਾ ਸਭ ਤੋਂ ਵਧੀਆ ਸਾਧਨ ਮੰਨਿਆ। ਮਾਂਟੇਸਰੀ ਦੇ ਅਨੁਸਾਰ ਸਿੱਖਿਆ ਦਾ ਸਭ ਤੋਂ ਵਧੀਆ ਸਾਧਨ ਕਿਹੜਾ ਹੈ? ਤਾਂ ਇਹਦਾ ਉੱਤਰ ਆਊਗਾ ਗਿਆਨ ਇੰਦਰੀਆਂ। ਇੰਦਰੀਆਂ ਵੀ ਆ ਸਕਦਾ ਇਕੱਲਾ, ਗਿਆਨ ਇੰਦਰੀਆਂ ਵੀ ਆ ਸਕਦਾ, ਕੋਈ ਦਿੱਕਤ ਨਹੀਂ, ਜਿਵੇਂ ਐਗਜ਼ਾਮੀਨਰ ਦੀ ਮਰਜ਼ੀ ਹੈ। ਹਾਂ, ਦੋਨੋਂ ਆਪਸ਼ਨ ਇਕੱਠੇ ਨਹੀਂ ਪਾਊਗਾ ਉਹ, ਇਹ ਧਿਆਨ ਰੱਖਣਾ ਥੋੜ੍ਹਾ ਜਿਹਾ। ਹਾਂ, ਗਿਆਨ ਇੰਦਰੀਆਂ ਜਾਂ ਇੰਦਰੀਆਂ ਜਿਹੜੀਆਂ ਅੱਖ, ਕੰਨ, ਨੱਕ, ਜੀਭ
ਇਹ ਸਾਡੀਆਂ ਗਿਆਨ ਇੰਦਰੀਆਂ। ਨੱਕ ਦੇ ਨਾਲ ਆਪਾਂ ਸੁੰਘ ਕੇ ਗਿਆਨ ਪ੍ਰਾਪਤ ਕਰਦੇ ਹਾਂ, ਹੈ ਨਾ। ਜੀਭ ਦੇ ਨਾਲ ਚੱਖ ਕੇ ਕਿਸੇ ਚੀਜ਼ ਦਾ ਸਵਾਦ ਲੈ ਕੇ, ਹੈ ਨਾ। ਸੋ ਇਹ ਆ ਜਿਹੜਾ ਕੰਨਾਂ ਦੇ ਨਾਲ ਸੁਣ ਕੇ, ਅੱਖਾਂ ਦੇ ਨਾਲ ਦੇਖ ਕੇ ਆਪਾਂ ਗਿਆਨ ਪ੍ਰਾਪਤ ਕਰਦੇ ਹਾਂ। ਕਿਸੇ ਇਹ ਗਿਆਨ ਪ੍ਰਾਪਤ ਕਰਨ ਦੀਆਂ ਮਾਂਟੇਸਰੀ ਦੇ ਅਨੁਸਾਰ ਇੰਦਰੀਆਂ ਜਿਹੜੀਆਂ ਇਹ ਗਿਆਨ ਪ੍ਰਾਪਤ ਕਰਨ ਦਾ, ਸਿੱਖਿਆ ਦਾ ਸਭ ਤੋਂ ਵਧੀਆ ਸਾਧਨ ਹੈ। ਇਹਨਾਂ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ। ਮਾਂਟੇਸਰੀ ਦੇ ਅਨੁਸਾਰ ਸਿੱਖਿਆ ਦੇ ਵਿੱਚ ਸਭ ਤੋਂ ਵੱਧ ਵਰਤੋਂ ਕਿਹੜੀ ਚੀਜ਼ ਦੀ ਕਰਨੀ ਚਾਹੀਦੀ? ਗਿਆਨ ਇੰਦਰੀਆਂ ਦੀ ਵਰਤੋਂ। हाँ, इस विधि में पढ़ना सिखाने तो पहला लिखना सिखाया जाता है। एक प्रश्न होर बहुत मशहूर, ऑल टाइम फेमस प्रश्न, ऑल टाइम मतलब एक एग्जामिनर का फेवरेट प्रश्न है। उन्हें मतलब किवें भी पूछ ले, पढ़ना सिखाने तो पहला लिखना किहड़ी विधि च सिखाया जाता है जी, दसो किहदे अनुसार सिखाया जाता? जां मांटेसरी विधि के अनुसार अगे फिर 4 ऑप्शन पा दिंदा हो, पहला पढ़ना सिखाया जाए, पहला लिखना सिखाया जाए, दोनों बराबर सिखाए जान, या दोनों च कोई ना सिखाया जाए। मतलब ऑप्शन ही पाने हैं, जिवें मर्जी पा दे, है ना। फेवरेट प्रश्न है, क्योंकि लिखना अगे रीजन भी दिता मांटेसरी ने भी। हालांकि आपां नूं पता जो आप LSRW पढ़ते हैं, जो आप उदों आप की करते हैं भी सुनना, बोलना, पढ़ना, लिखना साडे भाषा अध्यापन के सिद्धांत कहिंदे आ ये गल भी। सब तो पहला बच्चा भाषा दे विच, सब तो पहला बच्चे का विकास जो होंदा है भाषा का, उदों सब तो पहला सुनना सीखता है। सब तो पहला सुन के ज्ञान प्राप्त, सुनना फिर बोलन लगता है, फिर पढ़ता है, फिर लिखता है ना। इस दे अनुसार है। पर उस चीज़ नूं पलटिया किने है भी सब तो पहला बच्चे नूं पढ़ना सिखाउण तो पहला लिखना सिखाया जावे। LSRW नूं LSWR कर दिता। LSRW नूं की कर दिता मांटेसरी ने? LSWR। एक मिनट, एक तो रंग ना कई बारी आ रंग मैनू ठीक लगन डया कि अज हराया लईए कोई। ठीक है, हरा ही सही अज। लो भी आज कुछ तूफानी करते हैं। LSRW लिसनिंग, स्पीकिंग, रीडिंग, राइटिंग, सुनना, बोलना, पढ़ना ते लिखना। ये तो हैगी आ साडे भाषा अध्यापन के सिद्धांत। भाषा सीखण की प्रक्रिया यह है। भाषाई कौशल है जिहड़े 4 इस तरह विकास करते हैं। सब तो पहला सुनन कौशल का विकास होगा, फिर बोलन कौशल का, फिर पढ़न कौशल का, फिर लिखण कौशल का विकास होगा। ये मतलब की है, इस तरह सीक्वेंस दे विच चलते हैं। एक क्रम इन्हां दा फिक्स किया गया, निर्धारित क्रम। पर मैडम मांटेसरी ने की किया? LSWR कर दिता इसनूं। मतलब की है कि पढ़ना सिखाउण तो पहला लिखना सिखाया जाता है। पढ़ना सिखाउण तो पहला लिखना सिखाया जाता है। सो लिखना सिखाना जिहड़ा वो पहला सिखाना। फिर अगे उन्हें रीजन भी दिता भी रीजन की है, कारण की है बेटा जी बच्चे नूं लिखना क्यों पहला सिखाना? क्योंकि लिखना हैगी एक रचनात्मक क्रिया। जिहड़ा मान लो पढ़ना वो रचनात्मक क्रिया नहीं गी। पढ़ना तो वो ही है भी जो बच्चा मतलब सामने है उसनूं पढ़ूगा, उहदे च की रचनात्मक हो जाऊगा, उहदे च की ऐड कर दूगा बच्चा नवा। पर ठीक है, लिखण वाली प्रक्रिया जिहड़ी वो रचनात्मक है। क्यों? क्योंकि अपने आपां काम रचनात्मक काम अपना बहुत सारा अपने हत्थां दे नाल करदे हैं, ते जिहड़ा लिखना जिहड़ा वो हत्थ दे नाल हुंदा। सो हत्थ वाली जो कोई भी प्रक्रिया उहदे विच रचनात्मकता हुंदी है भी उहदे विच आपां उसनूं अपने हिसाब नाल आपां उस चीज़ नूं एडजस्ट कर सकते हैं। रचनात्मक क्रिया होण करके ही तो कोई मान लो कोई वधिया लिख लैंदा, कोई बेचारा थोड़ा ठीक लिखदा, कोई मेरे वर्गी लिखाई भी लिखदा है ना। सारे तरह दे ही है ना। ये रचनात्मक क्रिया अपनी अपनी वो रचनात्मक जिवें दी रचना होण लगी अखरां दी उवें दे अखर पक गए। रचनात्मक क्रिया है। कारण की है? अगला प्रश्न औखा यह बनता है भी मांटेसरी ये गल कहती है कि बच्चे नूं पढ़ना सिखाउण तो पहला लिखना सिखाया जाए। ये पिछे रीजन की दिंदी है, तर्क की दे रही है? वो तर्क कह रही है कि ये एक रचनात्मक क्रिया होण करके की है बच्चा लिखण दे विच ज़्यादा रुचि लैंदा है। हुण प्रश्न बनता यह है भी मांटेसरी विधि के अनुसार बच्चा वधेरे रुचि, वधेरे मतलब ज़्यादा कंपैरिजन दे विच वधेरे
ਇੱਕ ਹੁੰਦਾ ਵੱਧ ਮਤਲਬ ਜ਼ਿਆਦਾ, ਵਧੇਰੇ, ਉਸ ਤੋਂ ਜ਼ਿਆਦਾ, ਤੇ ਸਭ ਤੋਂ ਵੱਧ। ਡਿਗਰੀਆਂ ਪੜ੍ਹਿਆ ਤੁਸੀਂ? ਡਿਗਰੀ ਪੜ੍ਹੀ ਹੈ ਤੁਸੀਂ, ਹੈ ਨਾ? ਜਿਵੇਂ ਉਹ ਸੁਪਰਲੇਟਿਵ ਡਿਗਰੀ ਤੇ ਕੰਪੈਰੀਜ਼ਨ ਕਿਹੜੀ ਹੁੰਦੀ ਹੈ ਡਿਗਰੀ ਹੁੰਦੀ ਹੈ ਜਿਹੜੀ, ਉਹਦੇ ਵਿੱਚ ਆ ਜਿਹੜੀ ਆ ਵਧੇਰੇ ਮਤਲਬ ਤੁਲਨਾ ਦੇ ਰੂਪ ਵਿੱਚ। ਤੁਲਨਾ ਦੇ ਰੂਪ ਵਿੱਚ ਹੁਣ ਤੁਲਨਾ ਕਿਹਦੀ ਹੋ ਰਹੀ ਹੈ? ਤੁਲਨਾ ਹੋ ਰਹੀ ਹੈ ਲਿਖਣ ਦੀ ਤੇ ਪੜ੍ਹਨ ਦੀ, ਦੋਨਾਂ ਦੀ। ਸੋ ਤੁਲਨਾ ਦੇ ਵਿੱਚ ਕੀ ਹੈ, ਜ਼ਿਆਦਾ ਰੁਚੀ ਕਿਹੜੇ ਕੌਸ਼ਲ ਦੇ ਵਿੱਚ ਲੈ ਰਿਹਾ ਬੱਚਾ? ਲਿਖਣ ਕੌਸ਼ਲ ਦੇ ਵਿੱਚ। ਕਾਰਨ ਰਚਨਾਤਮਕ ਕਿਰਿਆ ਹੋਣ ਕਰਕੇ ਉਹਦਾ ਇੰਟਰਸਟ ਜ਼ਿਆਦਾ। ਲਿਖਣਾ ਪੜ੍ਹਨ ਦੇ ਮੁਕਾਬਲੇ ਵਧੇਰੇ ਸੌਖਾ ਹੈ। ਅੱਗੇ ਇੱਕ ਹੋਰ ਪ੍ਰਸ਼ਨ ਬਣਦਾ ਹੈ, ਲਿਖਣਾ ਪੜ੍ਹਨ ਦੇ ਮੁਕਾਬਲੇ ਵਧੇਰੇ ਸੌਖਾ ਹੈ, ਇਹ ਕਿਸ ਵਿਧੀ ਦਾ ਕਥਨ ਹੈ? ਕਿਹੜੀ ਵਿਧੀ ਦੇ ਅਨੁਸਾਰ ਲਿਖਣਾ ਪੜ੍ਹਨ ਨਾਲੋਂ ਜ਼ਿਆਦਾ ਸੌਖਾ ਹੈ? ਤਾਂ ਇਹ ਹੈਗਾ ਜੀ ਮਾਂਟੇਸਰੀ ਵਿਧੀ ਦੇ। ਮਾਂਟੇਸਰੀ ਵਿਧੀ ਦੇ ਪ੍ਰਸ਼ਨ ਸਾਰੇ ਚੇਤੇ ਰੱਖਣੇ ਆ ਤੁਸੀਂ। ਰੱਬ ਨੇ ਚਾਹਿਆ ਤੇ ਪ੍ਰਸ਼ਨ ਮਾਂਟੇਸਰੀ ਵਿਧੀ ਦੇ ਵਿੱਚ ਹੀ ਆਊਗਾ। ਲਓ ਜੀ, ਭਾਸ਼ਾ ਸਿੱਖਣ ਦੀ ਪ੍ਰਕਿਰਿਆ ਦੱਸੀ ਅੱਗੇ। ਮਾਂਟੇਸਰੀ ਨੇ ਵੀ ਭਾਸ਼ਾ ਸਿੱਖਣੀ ਕਿਵੇਂ ਆ, ਆ ਜਾਓ ਫਿਰ ਗੱਲ ਕਰਦੇ ਆ, ਸਿੱਖਦੇ ਆ ਭਾਸ਼ਾ। ਸਭ ਤੋਂ ਪਹਿਲਾਂ ਗਿਆਨ ਇੰਦਰੀਆਂ ਦਾ ਅਭਿਆਸ ਕਰਾਇਆ ਜਾਵੇ, ਕਿਉਂਕਿ ਗਿਆਨ ਇੰਦਰੀਆਂ ਨੂੰ ਸਭ ਤੋਂ ਵੱਡਾ ਸਾਧਨ ਮੰਨ ਲਿਆ। ਮਾਰੀਆ ਮਾਂਟੇਸਰੀ ਨੇ ਕੀ ਕੀਤਾ ਕਿ ਭਾਸ਼ਾ ਸਿੱਖਣ ਵਾਸਤੇ, ਗਿਆਨ ਪ੍ਰਾਪਤ ਕਰਨ ਵਾਸਤੇ ਉਸ ਨੇ ਸਭ ਤੋਂ ਵੱਡਾ ਸਾਧਨ ਜਿਹੜਾ ਉਹ ਕੀ ਮੰਨਿਆ? ਗਿਆਨ ਇੰਦਰੀਆਂ ਨੂੰ। ਗਿਆਨ ਇੰਦਰੀਆਂ ਦੀ ਫਿਰ ਪ੍ਰੈਕਟਿਸ ਜ਼ਰੂਰੀ ਆ ਉਹਦੇ ਅਨੁਸਾਰ। ਧੁਨੀਆਂ ਦੀ ਜਾਣ ਪਹਿਚਾਣ, ਉਚਾਰਨ ਦਾ ਅਭਿਆਸ, ਇਹ ਸਾਰੀਆਂ ਗਿਆਨ ਇੰਦਰੀਆਂ ਦੇ ਵਿੱਚ ਆ ਜਾਂਦੀਆਂ। ਅੱਗੇ ਸ਼ਬਦਾਂ ਦਾ ਗਿਆਨ ਕਰਾਉਣ ਲਈ ਕਿਹਦੀ ਸਹਾਇਤਾ ਲੈਣੀ ਹੈ? ਵਸਤੂਆਂ ਦੀ ਸਹਾਇਤਾ ਲਈ ਜਾਂਦੀ ਹੈ। ਸ਼ਬਦਾਂ ਦਾ ਗਿਆਨ ਕਰਾਉਣ ਵਾਸਤੇ ਕਿਹੜੀ ਸਹਾਇਤਾ ਲਈ ਜਾਂਦੀ ਹੈ? ਕਿਤਾਬਾਂ ਦੀ, ਪੋਥੀਆਂ ਦੀ, ਗ੍ਰੰਥਾਂ ਦੀ, ਅਧਿਆਪਕ ਦੀ, ਜਾਂ ਦੂਸਰੇ ਨਾਲੇ ਵਿਦਿਆਰਥੀਆਂ ਦੀ, ਜਾਂ ਵਸਤੂਆਂ ਦੀ। ਸੋ ਵਸਤੂਆਂ ਦੀ ਸਹਾਇਤਾ ਲਈ ਜਾਂਦੀ ਹੈ। ਵਸਤੂ ਦਾ ਨਾਮ ਲੈ ਕੇ ਉਸ ਨੂੰ ਪਛਾਣਨ ਲਈ ਕਹਿਣਾ ਤੇ ਸੰਬੰਧਿਤ ਪ੍ਰਸ਼ਨਾਂ ਦੇ ਉੱਤਰ ਦੇਣੇ। ਲਓ, ਗਿਆਨ ਇੰਦਰੀਆਂ ਦੀ ਹੈ ਸਾਰੀ ਗੱਲ। ਵਸਤੂ ਨੂੰ ਪਹਿਚਾਨਣਾ ਅੱਖਾਂ ਦੇ ਨਾਲ ਹੈ, ਗਿਆਨ ਇੰਦਰੀਆਂ ਦੀ। ਉਸ ਤੋਂ ਬਾਅਦ ਸੰਬੰਧਿਤ ਪ੍ਰਸ਼ਨ ਦੇ ਉੱਤਰ ਦੇਣੇ, ਉੱਤਰ ਬੋਲ ਕੇ ਜੀਭ ਦੀ ਸਹਾਇਤਾ ਨਾਲ ਦੇਣੇ, ਬੋਲਣ ਦੀ ਸਹਾਇਤਾ ਨਾਲ। ਲਿਖਣਾ ਕਿਵੇਂ ਸਿਖਾਉਣਾ? ਲਿਖਣਾ ਸਿਖਾਉਣ ਵਾਸਤੇ ਕੀ ਹੈ? ਲੱਕੜੀ ਦੇ ਟੁਕੜੇ, ਉਹਨਾਂ ਦੇ ਉੱਪਰ ਕਾਗਜ਼ ਚਿਪਕਾ ਕੇ ਉਸ ਉੱਪਰ ਚਾਕਾਂ ਨਾਲ ਲਕੀਰਾਂ ਮਾਰਨੀਆਂ, ਫਿਰ ਉੱਪਰ ਚਾਕ ਫੇਰਨ ਦਾ ਅਭਿਆਸ ਕਰਾਉਣਾ। ਲਿਖਣਾ ਸਿਖਾਉਣ ਦੇ ਵਿੱਚ ਇਸ ਤਰ੍ਹਾਂ ਲਿਖਣਾ ਸਿੱਖਿਆ ਜਾਵੇਗਾ। ਅਰੇ ਪੂਰਨਿਆਂ ਉੱਤੇ ਪੂਰਨੇ ਪਾਉਣਾ, ਪੂਰਨੇ ਪਾਉਣਾ ਤਾਂ ਨਹੀਂ ਹੁੰਦਾ, ਪੂਰਨੇ ਪਾਉਣਾ ਤਾਂ ਮੁਹਾਵਰਾ ਇੱਕ। ਪੂਰਨਿਆਂ ਉੱਤੇ ਲਿਖਣਾ, ਆਪਾਂ ਇੱਕ ਲਿਖਣ ਕੌਸ਼ਲ ਦੇ ਵਿੱਚ ਆਪਾਂ ਇੱਕ ਗੱਲ ਪੜ੍ਹੀ ਸੀ, ਪੂਰਨਿਆਂ ਉੱਤੇ ਲਿਖਣਾ। ਵਿਦਿਆਰਥੀ ਨੂੰ ਦੇਖੋ, ਕਈ ਵਿਦਿਆਰਥੀਆਂ ਦਾ ਹੁੰਦਾ, ਬਹੁਤ ਵਾਰੀ ਮੈਂ ਦੱਸਦਾ ਰਹਿੰਦਾ ਹੁੰਦਾ ਵੀ ਧਿਆਨ ਨਾਲ ਵੇਖਿਆ ਕਰੋ ਵੀਡੀਓ ਜਦੋਂ ਤੁਸੀਂ ਦੇਖਦੇ ਹੋ, ਕਿਉਂਕਿ ਵੀਡੀਓ ਹੈ ਜਿਹੜੀ ਉਹ ਮੈਨੂੰ ਪਤਾ ਵੀ ਬਣਾਉਣ 'ਤੇ ਕਿੰਨੀ ਦਿੱਕਤ ਆ ਜਾਂਦੀ ਹੈ। ਮੇਰਾ ਗਲਾ ਪੂਰਾ ਮਤਲਬ ਜ਼ੋਰ ਲੱਗ ਜਾਂਦਾ। ਮੈਨੂੰ ਇਹ ਹੁੰਦਾ ਵੀ ਬੱਚੇ ਨੂੰ ਜਿਹੜੀ ਗੱਲ ਹੁਣ ਮੈਨੂੰ ਕੰਮ ਦੀ ਹੈ ਨਾ ਜਿਹੜੀ, ਉਹ ਸਿੱਧੀ ਦੱਸ ਕੇ ਜਾਵਾਂ ਡਾਇਰੈਕਟ, ਬੇਟਾ ਆਓ। ਬੱਚੇ ਦਾ ਫਿਰ ਵੀ ਪ੍ਰਸ਼ਨ ਹੋ ਹੀ ਰਹਿੰਦਾ, ਸਰ ਪੂਰਨਿਆ ਕਿਆ ਹੋਤਾ ਹੈ? ਮੈਂ ਕਿਹਾ ਬੇਟਾ ਜੀ, ਪੂਰਨੇ ਹੁੰਦੇ ਆ ਵੀ ਮੰਨ ਲਓ ਆਪਾਂ ਕੀ ਕਰਦੇ ਹੁੰਦੇ ਸੀ, ਛੋਟੇ ਹੁੰਦੇ ਆਪਾਂ ਜਾਂਦੇ ਹੁੰਦੇ ਸੀ ਸਕੂਲੇ ਜਾਣਾ, ਗੁਰਜੀਆਂ ਨੇ ਲਿਖ ਦੇਣਾ, ਲਓ ਬੇਟਾ ਸਲੇਟ 'ਤੇ ਲਿਖ ਦੇਣਾ, ਲੈ ਬੇਟਾ ਲਿਖ ਲੈ। ਆਪਾਂ ਐਵੇਂ ਕਰਕੇ ਆਪਾਂ ਕੀ ਕਰਨਾ, ਇਹਨੂੰ ਕਹਿ ਦੇਣਾ ਆ ਹੈਗਾ ਪੂਰਨਾ ਪਾਤਾ। ਅਧਿਆਪਕ ਨੇ ਪੂਰਨਾ ਪਾ ਦਿੱਤਾ ਇੱਕ, ਮਤਲਬ ਅਧਿਆਪਕ ਨੇ ਇੱਕ ਅੱਖਰ ਤੁਹਾਨੂੰ ਤੁਹਾਡੀ ਸਲੇਟ 'ਤੇ, ਤੁਹਾਡੀ ਫੱਟੀ 'ਤੇ, ਪੱਟੀ 'ਤੇ ਲਿਖ ਦਿੱਤਾ। ਹੁਣ ਤੁਸੀਂ ਕੀ ਕਰਦੇ ਹੋ? ਤੁਸੀਂ ਛੋਟੇ ਹੁੰਦੇ ਕੀ ਕਰਦੇ ਸੀ? ਅਰੇ ਇਸ ਤਰ੍ਹਾਂ ਹੀ ਕਰਦੇ ਸੀ। ਉਹਦੇ ਉੱਪਰ ਇਸ ਨੂੰ ਕਿਹਾ ਜਾਂਦਾ ਹੈ ਪੂਰਨਿਆਂ ਉੱਤੇ ਲਿਖਣਾ। ਲਓ, ਛੋਟੀ ਜਿਹੀ ਗੱਲ ਸੀ, ਪੂਰਨਿਆਂ ਉੱਤੇ ਲਿਖਣਾ। ਹੁਣ ਇੱਥੇ ਕੀ ਹੈ? ਇੱਥੇ ਵੀ ਉਹੀ ਸ਼ਬਦ ਆ ਗਿਆ ਹੈ ਨਾ, ਵੀ ਜਿਵੇਂ ਮੰਨ ਲਓ ਲਿਖਣਾ ਸਿਖਾਉਣ ਲਈ ਲੱਕੜੀ ਦੇ ਟੁਕੜਿਆਂ ਦੇ ਉੱਪਰ ਕਾਗਜ਼ ਚਿਪਕਾ ਕੇ ਉਸ ਉੱਪਰ ਚਾਕਾਂ ਨਾਲ ਰੇਖਾਵਾਂ ਮਾਰਨੀਆਂ। ਕਾਗਜ਼ ਜਿਹੜਾ ਚਿਪਕਾਇਆ ਹੁੰਦਾ ਉਹ ਅੱਖਰ ਦੇ ਰੂਪ ਵਿੱਚ ਹੁੰਦਾ, ਅੱਖਰ ਦੀ ਸ਼ਕਲ ਵਿੱਚ ਚਿਪਕਾਇਆ ਹੁੰਦਾ। ਜਿਵੇਂ ਆ ਮੰਨ ਲਓ ਉੱਪਰ ਚਿਪਕਾਤਾ, ਆ ਜਿਵੇਂ ਤੁਸੀਂ ਐਂ ਹੀ ਸਮਝੋ ਵੀ ਆ ਇੱਕ ਲੱਕੜ ਦਾ ਟੁਕੜਾ, ਆ ਕਹਿ ਆ ਜਿਹੜਾ ਇਹ ਮੈਂ ਕੋਈ ਕਾਗਜ਼ ਦਾ ਬਣਾ ਕੇ, ਕੋਈ ਸਪੰਚ ਵਗੈਰਾ ਦਾ ਬਣਾ ਕੇ ਤੇ ਮੈਂ ਉੱਤੇ ਚਿਪਕੇ ਤਾ। ਬੱਚਾ ਕੀ ਕਰ ਰਿਹਾ? ਉਸ ਦੇ ਉੱਪਰ ਚਾਕਾਂ ਨਾਲ ਜਾਂ ਹੱਥ ਨਾਲ ਕਿਵੇਂ ਵੀ ਇਸ ਤਰ੍ਹਾਂ ਕਰਕੇ ਰੇਖਾ ਮਾਰ ਰਿਹਾ, ਇਸ ਤਰ੍ਹਾਂ ਲੀਕ ਮਾਰ ਕੇ, ਇਸ ਤਰ੍ਹਾਂ ਦੇਖ ਰਿਹਾ। ਠੀਕ ਹੈ, ਅਭਿਆਸ ਹੋ ਰਿਹਾ ਬੱਚੇ ਦਾ ਕਿਹੜੀ ਚੀਜ਼ ਦਾ? ਲਿਖਣਾ ਸਿਖਾਉਣ ਵਾਸਤੇ ਜਿਹੜੀ ਚੀਜ਼ ਵਰਤੋਂ ਚਾਹੀਦੀ ਹੈ ਉਸ ਚੀਜ਼ ਦਾ ਅਭਿਆਸ ਹੋ ਰਿਹਾ। ਉਂਗਲਾਂ ਦਾ, ਮਾਸਪੇਸ਼ੀਆਂ ਦਾ, ਹੱਥ ਦੀਆਂ, ਉਹਨਾਂ ਦਾ ਅਭਿਆਸ ਹੋ ਰਿਹਾ। ਹੁਣ ਅੱਗੇ ਦੇਖ ਲਓ, ਲਿਖਣਾ ਸਿਖਾਉਣ ਲਈ 3 ਮੁੱਖ ਕਿਰਿਆਵਾਂ ਹਨ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। ਮੈਡਮ ਮਾਰੀਆ ਮੰਟੇਸਰੀ ਦੇ ਅਨੁਸਾਰ ਲਿਖਣਾ ਸਿਖਾਉਣ ਵਾਸਤੇ 3 ਕਿਰਿਆਵਾਂ ਬਹੁਤ ਜ਼ਰੂਰੀ ਹੈ। 3 ਕਿਰਿਆਵਾਂ ਦਾ ਜ਼ਿਕਰ ਕੀਤਾ, 3 ਕਿਰਿਆਵਾਂ ਦੇ ਵਿੱਚ ਹੀ ਉਸਨੇ ਲਿਖਣਾ ਸਿਖਾਉਣ ਦੀ ਵਿਧੀ ਕਿਰਿਆ ਨੂੰ ਸਮੇਟ ਦਿੱਤਾ। ਦੇਖੋ ਕਿਵੇਂ। ਲਿਖਣ ਦੀ ਤਿਆਰੀ, ਸਭ ਤੋਂ ਪਹਿਲਾਂ ਤਾਂ ਸਿੱਧਾ ਹੀ ਡਾਇਰੈਕਟ ਰੱਖੋ ਧਿਆਨ ਦੇ ਵਿੱਚ
ਵੀ ਕਿਹੜੀਆਂ ਲਿਖਣਾ ਸਿਖਾਉਣ ਲਈ 3 ਮੁੱਖ ਕਿਰਿਆਵਾਂ ਕਿਹੜੀਆਂ। ਪਹਿਲੀ ਸੀਕਵੈਂਸ ਦੇ ਵਿੱਚ ਧਿਆਨ ਰੱਖਿਓ, ਸਭ ਤੋਂ ਪਹਿਲੀ ਲਿਖਣ ਦੀ ਤਿਆਰੀ। ਦੂਸਰਾ ਅੱਖਰਾਂ ਦੀ ਬਣਾਵਟ ਤੇ ਸਰੂਪ ਨੂੰ ਸਮਝਣਾ, ਅੱਖਰ ਦੀ ਬਣਤਰ ਬਣਾਵਟ ਸਟਰਕਚਰ ਅੱਖਰ ਦੀ ਕਿਵੇਂ ਦੀ ਹੈ ਉਸ ਨੂੰ ਸਮਝਣਾ। ਤੀਸਰਾ ਅੱਖਰਾਂ ਦਾ ਧੁਨੀਆਤਮਕ ਵਿਸ਼ਲੇਸ਼ਣ ਕਰਾਉਣਾ। ਤੀਸਰੇ 3 ਕਿਰਿਆਵਾਂ ਹੀ ਆ, 3 ਕਿਰਿਆਵਾਂ ਦੇ ਵਿੱਚ ਹੀ ਲਿਖਣਾ ਸਿਖਾਉਣ ਦੀ ਕਿਰਿਆ ਪੂਰੀ ਹੈ। ਲਿਖਣ ਦੀ ਤਿਆਰੀ ਦੇ ਵਿੱਚ ਕੀ ਕੁਛ ਆ? ਤੁਸੀਂ ਕਹੋਗੇ ਸਰ ਲਿਖਣ ਦੀ ਕਿਵੇਂ ਤਿਆਰੀ ਹੁੰਦੀ ਹੈ? ਲਿਖਣ ਦੀ ਤਿਆਰੀ ਦੇ ਵਿੱਚ ਮੈਂ ਦੱਸਿਆ ਅੱਗੇ ਵੀ ਕਲਮ ਪਕੜਨੀ ਸਿਖਾਉਣੀ। ਦੇਖੋ ਬੱਚਾ ਕੋਈ ਐਂ ਤਾਂ ਹੈ ਨਹੀਂ ਵੀ ਜੰਮਦਾ ਜਵਾਕ ਅੰਨਾ ਹਜ਼ਾਰੇ ਤਾਂ ਹੈ ਨਹੀਂ ਵਿਚਾਰਾ ਵੀ ਜਾਂਦਿਆਂ ਸਾਰੀ ਵੀ ਐਵੇਂ ਚੱਕਿਆ ਪੈਨ ਤੇ ਚੱਲ ਲਿਖਣ ਲੱਗ ਗਿਆ। ਨਾ, ਬੱਚਾ ਕਿੰਨੀਆਂ ਕੋਸ਼ਿਸ਼ਾਂ ਕਰਕੇ ਕਦੀ ਐਂ ਫੜਦਾ, ਕਦੀ ਉਸਨੂੰ ਕਦੀ ਐਂ ਵੀ ਤੁਸੀਂ ਦੇਖਿਆ ਹੋਵੇਗਾ ਜਾਂ ਐਂ ਫੜੇ ਹੁੰਦੇ ਆ ਨਾ। ਤਾਂ ਇਹ ਛੋਟੇ ਬੱਚੇ ਆਹ ਚੀਜ਼ਾਂ ਤਾਂ ਹੌਲੀ ਵਰਕ ਕਰਨ ਲੱਗਦੀਆਂ। ਇਸ ਸਟੇਜ 'ਤੇ ਤਾਂ ਬੱਚਾ ਬਹੁਤ ਲੇਟ ਪਹੁੰਚਦਾ। ਇਸ ਸਟੇਜ 'ਤੇ ਆਹ ਸਟੇਜ 'ਤੇ ਆਪਣੇ ਵਾਲੀ 'ਤੇ ਇਹ ਹੌਲੀ ਕੀ ਆ ਪ੍ਰੈਕਟਿਸ ਹੁੰਦੀ ਹੈ। ਕਲਮ ਪਕੜਨੀ ਸਿਖਾਉਣੀ, ਹੱਥ ਤੇ ਉਂਗਲੀਆਂ ਦੇ ਪੱਠਿਆਂ ਨੂੰ ਪਕੜਨ ਦਾ ਅਭਿਆਸ। ਹੱਥ ਤੇ ਉਂਗਲੀਆਂ ਦੇ ਪੱਠਿਆਂ ਨੂੰ, ਇਹ ਪੱਠੇ ਉਹ ਨਹੀਂ ਹੁੰਦੇ, ਦੇਖੋ ਪੱਠੇ ਕਈ ਤਰ੍ਹਾਂ ਦੇ ਹੁੰਦੇ ਆ। ਇੱਕ ਤਾਂ ਹੁੰਦੇ ਆ ਪਸ਼ੂਆਂ ਨੂੰ ਪਾਉਣ ਵਾਲੇ ਪੱਠੇ, ਇੱਕ ਹੁੰਦੇ ਆ ਉੱਲੂ ਦੇ ਪੱਠੇ, ਅਤੇ ਇੱਕ ਹੁੰਦੇ ਆ ਮੈਡਮ ਮਾਰੀਆ ਮੰਟੇਸਰੀ ਦੀ ਵਿਧੀ ਵਾਲੇ ਪੱਠੇ। ਮਾਰੀਆ ਮੰਟੇਸਰੀ ਦੀ ਵਿਧੀ ਵਾਲੇ ਜਿਹੜੇ ਪੱਠੇ ਆ ਉਹ ਮਾਸਪੇਸ਼ੀਆਂ ਨੂੰ ਕਿਹਾ ਜਾਂਦਾ। ਉਹ ਸਾਡੇ ਮਸਲ ਆ ਜਿਹੜੇ ਹੱਥਾਂ ਦੇ, ਆ ਜਿਹੜੀਆਂ ਅੱਗੇ ਪੋਟੇ ਕਹਿ ਲਓ ਤੁਸੀਂ, ਇਹ ਮਾਸਪੇਸ਼ੀਆਂ ਦਾ ਅਭਿਆਸ ਪੂਰਾ। ਪੱਠਿਆਂ ਦਾ ਜਦੋਂ ਅਭਿਆਸ ਹੁੰਦਾ ਪੂਰਾ ਮਾਸਪੇਸ਼ੀਆਂ ਨੂੰ ਪਕੜਨ ਦਾ ਅਭਿਆਸ। ਜਿੰਨਾ ਚਿਰ ਬੱਚੇ ਦਾ ਪੈਨ ਪੈਨਸਿਲ 'ਤੇ ਚਾਕ 'ਤੇ ਕੰਟਰੋਲ ਨਹੀਂ ਹੈ ਮੰਨ ਲਓ, ਤਾਂ ਉਸ ਸਥਿਤੀ ਦੇ ਵਿੱਚ ਉਹ ਸਹੀ ਨਹੀਂ ਲਿਖ ਸਕੇਗਾ। ਜਦੋਂ ਕੰਟਰੋਲ ਹੋ ਗਿਆ ਫਿਰ ਵਧੀਆ ਲਿਖਣ ਲੱਗ ਜਾਂਦਾ ਬੱਚਾ। ਬਲੈਕ ਬੋਰਡ ਉੱਤੇ ਲੀਕਾਂ ਵਾਹੁਣੀਆਂ, ਡਰਾਇੰਗ ਆਦਿ, ਤਾਂ ਇਹ ਹੈ ਜਿਹੜਾ ਇਹ ਸਾਰਾ ਲਿਖਣ ਦੀ ਤਿਆਰੀ ਦੇ ਵਿੱਚ ਆ ਜਾਂਦਾ ਹੈ। ਅੱਖਰਾਂ ਦੀ ਬਣਾਵਟ ਤੇ ਫਿਰ ਸਰੂਪ ਸਮਝੂਗਾ, ਉਸ ਤੋਂ ਬਾਅਦ ਅੱਖਰਾਂ ਦਾ ਧੁਨੀਆਤਮਕ ਵਿਸ਼ਲੇਸ਼ਣ ਹੋਊਗਾ। ਬਸ ਬਹੁਤ ਸੌਖਾ ਕੰਮ ਹੈ। ਇਹ ਤੁਸੀਂ ਯਾਦ ਰੱਖਣੀਆਂ 3 ਕਿਰਿਆਵਾਂ। ਅਗਲੀ ਗੱਲ ਕਰਦੇ ਆਪਾਂ, ਅਗਲੀ ਵਿਧੀ ਪੜ੍ਹਦੇ ਹਾਂ ਕਿੰਡਰਗਾਰਟਨ ਵਿਧੀ। ਬਹੁਤ ਪ੍ਰਸ਼ਨ ਨਾਰਮਲ ਜਿਹਾ ਇੱਕ ਤੁਸੀਂ ਸਾਰੇ ਜਾਣਦੇ ਹੀ ਹੋ। ਜਰਮਨੀ ਦਾ ਸਿੱਖਿਆ ਸ਼ਾਸਤਰੀ ਫਰੋਬੇਲ ਦੀ ਇਹ ਵਿਧੀ ਆ। ਕਿੰਡਰਗਾਰਟਨ ਹੈ ਜਿਹੜਾ ਇਹ ਕਿਹੜੀ ਭਾਸ਼ਾ ਦਾ ਸ਼ਬਦ ਹੈ ਜੀ? ਆਹ ਤਾਂ ਚਲੋ ਠੀਕ ਹੈ ਵੀ ਫਰੋਬਲ ਦੀ ਵਿਧੀ ਹੈ। ਕਿੰਡਰਗਾਰਟਨ ਵਿਧੀ ਦਾ ਜਨਮਦਾਤਾ ਕੌਣ ਹੈ? ਇੱਕ ਪ੍ਰਸ਼ਨ ਬਣ ਗਿਆ, ਤਾਂ ਇਹਦਾ ਉੱਤਰ ਆਊਗਾ ਫਰੋਬਲ। ਦੂਸਰਾ ਪ੍ਰਸ਼ਨ ਬਣਦਾ ਹੈ ਕਿੰਡਰਗਾਰਟਨ ਕਿਹੜੀ ਭਾਸ਼ਾ ਦਾ ਸ਼ਬਦ ਹੈ ਜੀ? ਜਰਮਨ ਭਾਸ਼ਾ ਦਾ। ਕਿੰਡਰਗਾਰਟਨ ਬਾਰੇ ਸਭ ਤੋਂ ਉਹੀ ਹੈ ਵੀ ਜੀ ਇਹ ਅਧਿਆਪਕ ਇੱਕ ਮਾਲੀ ਹੈ, ਬੱਚਾ ਫੁੱਲ ਪੌਦੇ ਦੇ ਸਮਾਨ ਹੈ ਨਾ। ਜਿਵੇਂ ਮਾਲੀ ਹੈ ਜਿਹੜਾ ਉਹ ਆਪਣੇ ਉਹਨਾਂ ਦੀ ਫੁੱਲਾਂ ਦੀ ਪੌਦਿਆਂ ਦੀ ਕੀ ਆ ਬੜੇ ਪਿਆਰ ਨਾਲ ਦੇਖਭਾਲ ਕਰਦਾ, ਉਵੇਂ ਹੀ ਅਧਿਆਪਕ ਨੂੰ ਮਤਲਬ ਕੀ ਹੈ ਵੀ ਉਵੇਂ ਹੀ ਬੱਚਿਆਂ ਦੀ ਦੇਖਭਾਲ ਕਰਨੀ ਚਾਹੀਦੀ ਹੈ। ਮਤਲਬ ਬੱਚਿਆਂ ਨੂੰ ਪਿਆਰ ਦੇ ਨਾਲ ਉਹਨਾਂ ਨੂੰ ਗਿਆਨ ਪ੍ਰਦਾਨ ਕਰਨਾ ਚਾਹੀਦਾ। ਇਹੀ ਹੈ। ਅਰੇ ਕਾਮਨ ਚੀਜ਼ ਪੜ੍ਹਦੇ ਹਾਂ ਆਪਾਂ ਨਾ। ਇਹਦਾ ਅਰਥ ਹੈ ਬੱਚਿਆਂ ਦਾ ਬਾਗ। ਕਿੰਡਰਗਾਰਟਨ ਦਾ ਸ਼ਾਬਦਿਕ ਅਰਥ ਹੈ ਬੱਚਿਆਂ ਦਾ ਬਾਗ। ਕਿੰਡਰਗਾਰਟਨ ਕਿਹੜੀ ਭਾਸ਼ਾ ਦਾ ਸ਼ਬਦ ਹੈ ਜੀ? ਜਰਮਨ ਭਾਸ਼ਾ ਦਾ। ਇਹਦਾ ਸ਼ਾਬਦਿਕ ਅਰਥ ਕੀ ਹੈ? ਕਿੰਡਰਗਾਰਟਨ ਦਾ ਸ਼ਾਬਦਿਕ ਅਰਥ ਕੀ ਹੈ? ਬੱਚਿਆਂ ਦਾ ਬਾਗ। ਫਰੋਬਲ ਦੇ ਅਨੁਸਾਰ ਸਕੂਲ ਇੱਕ ਬਾਗ ਹੈ, ਬੱਚਾ ਫੁੱਲ ਅਤੇ ਪੌਦਿਆਂ ਵਾਂਗ ਹੈ, ਅਧਿਆਪਕ ਇੱਕ ਮਾਲੀ ਹੈ। ਆਹ ਪ੍ਰਸ਼ਨ ਬਹੁਤ ਵਾਰੀ ਆ ਚੁੱਕਿਆ, 50-100 ਵਾਰੀ ਆ ਚੁੱਕਿਆ, ਪਤਾ ਨਹੀਂ ਕਿੰਨੀ ਕੁ ਵਾਰੀ ਆ ਚੁੱਕਿਆ, ਕੋਈ ਗਿਣਤੀ ਨਹੀਂ ਹੈ। ਹਾਂਜੀ, ਬੱਚੇ ਨੂੰ ਸੁਤੰਤਰ ਵਾਤਾਵਰਣ ਪ੍ਰਦਾਨ ਕੀਤਾ ਜਾਵੇ ਤਾਂ ਜੋ ਸਵੈ ਪ੍ਰਗਟਾਅ ਦੇ ਵੱਧ ਤੋਂ ਵੱਧ ਮੌਕੇ ਮਿਲਣ। ਮਾਂਟੇਸਰੀ ਤਾਂ ਕਹਿੰਦੀ ਸੀ ਵੀ ਬੱਚਾ ਇੰਡੀਵਿਜੂਅਲ ਪਰਸਨੈਲਿਟੀ ਆ, ਹਰ ਬੱਚੇ ਦੀ ਵਿਲੱਖਣ ਸ਼ਖਸੀਅਤ ਆ। ਬਸ ਉਸੇ ਗੱਲ ਨੂੰ ਥੋੜ੍ਹਾ ਜਿਹਾ ਦੂਸਰੇ ਤਰੀਕੇ ਨਾਲ ਕਹਿ ਰਿਹਾ ਫਰੋਬਲ। ਕੀ ਕਹਿੰਦਾ ਕਿ ਬੱਚੇ ਨੂੰ ਸਵੈ ਪ੍ਰਗਟਾਅ ਦੇ, ਆਪਣੇ ਆਪ ਨੂੰ ਪ੍ਰਗਟ ਕਰਨ ਦੇ ਵੱਧ ਤੋਂ ਵੱਧ ਮੌਕੇ ਦਿੱਤੇ ਜਾਣ ਅਤੇ ਬੱਚੇ ਨੂੰ ਗੀਤਾਂ ਅਤੇ ਖੇਡਾਂ ਦੁਆਰਾ ਭਾਸ਼ਾ ਗ੍ਰਹਿਣ ਕਰੇ। ਬੱਚਾ ਭਾਸ਼ਾ ਕਿਵੇਂ ਗ੍ਰਹਿਣ ਕਰੇ? ਗੀਤ ਅਤੇ ਖੇਡ ਦੁਆਰਾ, ਦੋਨਾਂ ਚੀਜ਼ਾਂ ਦਾ। ਅੱਛਾ, ਅੱਗੇ ਦੇਖੋ, ਬੱਚੇ ਨੂੰ ਗੀਤ ਰੂਪ ਵਿੱਚ ਇੱਕ ਕਹਾਣੀ ਸੁਣਾਈ ਜਾਂਦੀ ਹੈ ਇਹਦੇ ਵਿੱਚ। ਸੋ ਗੀਤ ਰੂਪ ਵਿੱਚ ਕਹਾਣੀ ਕਿਹੜੀ ਵਿਧੀ ਦੇ ਵਿੱਚ ਜੀ? ਕਿੰਡਰਗਾਰਟਨ ਵਿਧੀ ਦੇ ਵਿੱਚ। ਅੱਗੇ ਬੱਚਾ ਗਾ ਕੇ ਪੜ੍ਹਦਾ ਹੈ, ਕਹਾਣੀ ਨੂੰ ਅਭਿਨੈ ਐਕਟਿੰਗ ਕਰਕੇ ਪੇਸ਼ ਕਰਦਾ ਹੈ। ਅੰਤ ਵਿੱਚ ਕਾਪੀ ਪੈਨਸਲ ਦੀ ਮਦਦ ਨਾਲ ਕਾਗਜ਼ 'ਤੇ ਕਹਾਣੀ ਸੰਬੰਧੀ ਚਿੱਤਰ ਬਣਾ ਦਿੰਦਾ ਹੈ। ਲਓ ਜੀ, ਇਹ ਹੈ ਜਿਹੜੀ ਬੱਚੇ ਨੂੰ ਕੀ ਆ ਗਿਆ? ਗੀਤ ਦੇ ਰੂਪ ਵਿੱਚ ਕਹਾਣੀ ਸੁਣਾਈ, ਬੱਚੇ ਨੇ ਕਹਾਣੀ ਨੂੰ ਸੁਣੀ, ਉਹਦੇ ਅਨੁਸਾਰ ਉਸਨੇ ਇੱਕ ਚਿੱਤਰ ਉਕੇਰ ਦਿੱਤਾ, ਚਿੱਤਰ ਬਣਾ ਦਿੱਤਾ। ਅਗਲੀ ਗੱਲ, ਗੀਤਾਂ ਰਾਹੀਂ ਸਿੱਖਿਆ ਕਿਵੇਂ ਮਿਲਦੀ ਹੈ? ਬੱਚੇ ਦੀ ਪਾਠ ਪੁਸਤਕ ਹੁੰਦੀ ਹੈ ਮਾਂ ਅਤੇ ਨਰਸਰੀ ਗੀਤ। ਇੱਕ ਪਾਠ ਪੁਸਤਕ ਲੱਗਦੀ ਹੈ। ਕਿੰਡਰਗਾਰਟਨ ਜਿਹੜੀ ਵਿਧੀ ਆ ਉਹਦੇ ਵਿੱਚ ਇੱਕ ਪਾਠ ਪੁਸਤਕ ਨਿਰਧਾਰਿਤ ਕੀਤੀ ਗਈ ਹੈ ਜਿਹਦਾ ਨਾਮ ਹੈ ਮਾਂ ਅਤੇ ਨਰਸਰੀ ਗੀਤ। ਇਹਦੇ ਵਿੱਚ ਗੀਤਾਂ ਦਾ ਸੰਗ੍ਰਹਿ ਹੁੰਦਾ ਹੈ। ਅਧਿਆਪਕ ਨੂੰ ਅੱਡ ਤੋਂ ਕੋਈ ਗੀਤ ਬਣਾਉਣ ਦੀ ਲੋੜ ਨਹੀਂ ਗੀ। ਉਹਦੇ ਵਿੱਚ ਗੀਤਾਂ ਦਾ ਸੰਗ੍ਰਹਿ ਹੁੰਦਾ, ਉਹਦੇ ਵਿੱਚੋਂ ਕੋਈ ਗੀਤ ਬੱਚੇ ਨੂੰ ਕਹਾਣੀ ਦੇ ਰੂਪ ਵਿੱਚ ਸੁਣਾਇਆ ਜਾਊਗਾ। ਬੱਚਾ ਉਸ ਦੀ ਪਕੜ ਕਰੂਗਾ, ਗ੍ਰਹਿਣ ਕਰੂਗਾ ਗਿਆਨ ਨੂੰ ਅਤੇ ਉਸ ਨੂੰ ਚਿੱਤਰ ਦੇ ਰੂਪ ਵਿੱਚ ਉਕੇਰ ਦੇਊਗਾ। ਅਧਿਆਪਕ ਦੀ ਦੇਖੋ, ਗੀਤ ਦੇ 3 ਭਾਗ ਹੁੰਦੇ ਆ।
ਜਿਵੇਂ ਲਿਖਣ ਦੀਆਂ 3 ਉੱਥੇ ਅਵਸਥਾਵਾਂ ਕਿਰਿਆਵਾਂ ਸੀਗੀਆਂ ਨਾ ਮਾਂਟੇਸਰੀ ਦੀਆਂ, ਉਵੇਂ ਹੀ 3 ਭਾਗ ਆ ਇਹਦੇ ਵਿੱਚ। ਇਹ ਜਿਹੜੀ ਹੈਗੀ ਕਿੰਡਰਗਾਰਟਨ ਵਿਧੀ ਦੇ ਵਿੱਚ ਗੀਤ ਦੇ 3 ਭਾਗ ਹੁੰਦੇ ਆ, ਜਿਹੜਾ ਗੀਤ ਬੱਚੇ ਨੂੰ ਸਿਖਾਇਆ ਜਾਓ। ਕਿਉਂਕਿ ਗੀਤਾਂ ਰਾਹੀਂ ਪੜ੍ਹਾਈ ਇਹ ਕਿਹੜੀ ਵਿਧੀ ਦੇ ਵਿੱਚ ਹੁੰਦੀ ਹੈ? ਕਿੰਡਰਗਾਰਟਨ ਵਿਧੀ ਦੇ ਵਿੱਚ ਹੁੰਦੀ ਹੈ। ਪ੍ਰਸ਼ਨ ਧਿਆਨ ਵਿੱਚ ਰੱਖਣਾ ਤੁਸੀਂ। अध्यापक की अगवाई वास्ते माटो, हुण बच्चे पुछते हैं सर माटो क्या होता है? लो जी माटो भी दस देने तुहानूं की हुंदा है। इस विधि विच अध्यापक नूं ट्रेनिंग की लोड़ हुंदी है। देखो कोई भी अध्यापक इन्ना एक्सपर्ट, हुण मेरे वर्गा अध्यापक गाऊगा तो बच्चों ने तो उल्टियां करन लग जाणगे। कहण दा मतलब की है कि ये वास्ते की है, एक अध्यापक नूं ट्रेनिंग दित्ती जाती है भी किस तरीके नाल उस चीज़ नूं कहानी नूं गा के किवें बच्चों के अगे पेश किया जाऊगा। उस चीज़ नूं पूरी प्रक्रिया पहला अध्यापक दोहराऊगा। ये तो जरूरी है अध्यापक वास्ते है ना, पहला अध्यापक करके दिखाऊगा, बच्चे उस चीज़ नूं रिपीट करने। सो ये जी उहदे वास्ते ट्रेनिंग जिहड़ी लोड़ हुंदी है अध्यापक नूं भी तो ट्रेनिंग लोड़ हुंदी है कि नहीं? कोई अध्यापक कोई है तो है नहीं भी कोई जमदियां सारी एक्सपर्ट हो गया तो भी चलो कहंदा भी लो जी पढ़ा दिंदे एवें तां नहीं। ट्रेनिंग की लोड़ हुंदी है अध्यापक नूं। आ BEd BSTC ट्रेनिंग ही हुंदी है अध्यापक वास्ते एक तरह दी। अध्यापक लई मार्गदर्शन सिद्धांत अपनाउण दी क्रिया नूं माटो आख्या जांदा। सो वो जिहड़ी अध्यापक नूं जिहड़ी ट्रेनिंग दित्ती जांदी है, वो जिहड़ा मार्गदर्शन अध्यापक नूं जिहड़ा दित्ता जांदा है, उस प्रक्रिया नूं उस सिद्धांत नूं कहा जांदा माटो। होर कोई दिक्कत नहीं। माटो शब्द ते रहोगे तो फिर कोई पता नहीं लगना। बस माटो का डायरैक्ट अर्थ भी अध्यापक वास्ते निर्धारित किए गए मार्गदर्शन सिद्धांत होंगे है। संगीत भरी तुकबंदी अगे की है भी तुकबंदी जी संगीत भरी होनी चाहिए है। गीत तां ही तो आऊगा, नहीं तो उवें तो सीधियां लैना तो पढ़ के कोई भी सुना दूगा। भी संगीत में होना चाहिए। हाँ, गीत नूं चित्र दी हुई तस्वीर भी होनी चाहिए है ना, भी बच्चा जिहड़ा उस चीज़ नूं तस्वीर नूं बनाऊगा तो वह जिहड़ी उहदे नाल रिलेट भी होनी चाहिए है। कोई ऐ तो है नहीं भी कहानी सुनाई घोड़े की, बच्चा चित्र बनाई बैठा होवे कुत्ते का, तो फिर वो भी तो सिस्टम उसनूं भी देखना। ट्रेनिंग की लोड़ पैंदी है पूरी उहदे वास्ते। सहयोग अध्यापक की जरूरत हुंदी है बई इस विधि वास्ते, जिहड़ा बच्चे की रुचि नूं देखे, बिरती नूं देखे, कुदरती भावना नूं ध्यान विच रख के गीत ते कहानियां की सुचज्जी चोण करे है ना। हुण बच्चा अध्यापक किते गोदजिला की कहानी सुना दे, गॉडजिला जिहड़ा हैगा हॉलीवुड वाली फिल्म वाला जिहड़ा जानवर या पंछी जा, हाँ तो वो बच्चे ने तो देखा ही नहीं। इत्थे बच्चों ने तो बेचारे ने कोई 2-4 देखे होंगे, कोई चिड़ी, एक कां, एक कुक्कड़, तो लै दे के एक कबूतर देखा होंगे। तोता भी बेचारे हुण कदे कदे आउंदे है ना। तो कोई 3-4 कोई पंछी देखे होंगे, तो माड़े मोटे कोई बेचारे ने कोई जिवें मझ, गां, बकरी, ये जिहड़े पशु देखे होंगे आ बच्चे ने। खोता भी देखा होंगे है ना, ऊँट भी देखा होंगे। हुण जिवें घोड़ा वगैरह, घोड़ा थोड़ा यूनीक बनता जाता है पिंड के बच्चों वास्ते, शहर वाले वास्ते भी सेम ही है ना भी। हालांकि घोड़ियां का शौक तो अजकल बहुत लोगों ने पाल रखे। हाँ चलो गल करते हैं प्रोजैक्ट विधि की। प्रोजैक्ट विधि की विचार योजना जी लॉर्ड ड्यूई ने दी सी, यदि विचार योजना, पर इसका प्रतिपादन है जोड़ा जन्मदाता वो किलपैट्रिक है। अगे देखते हैं इस विच बच्चे नूं किसी जीवन स्थिति द्वारा प्रोजैक्ट जीवन दे थोड़ी जी ना प्रोजैक्ट विधि वाली बई गल थोड़ी जी क्लीयर कर लियो, थोड़ा जा आपदे हिसाब नाल क्लीयर करियो। थोड़ा जा तुसीं पढ़ते रहंदे होगे है ना, क्योंकि मैं पढ़दा नहीं, इस तो इलावा मैं पंजाबी तो बिना कुछ नहीं पढ़दा। तो पंजाबी दे विच इवें दीयां गल्लां नहीं, आ तां मैं किसी हिंदी वाली दे विचों बई कापी कीता। सीधी जी गल आ जी प्रोजैक्ट विधि वाला उपरला जोड़ा, तो ये तुसीं थोड़ा जा आप क्लीयर कर लियो, कन्फर्म कर लियो मेरे तो थोड़ा जा इस गल तो ना थोड़ा जा है ना दिक्कत ना जे, तुहाडा कोई प्रश्न ना गलत कर लियो, तुसीं दुबारे थोड़ा जा देख लियो इस चीज़ नूं भी विचार योजना लॉर्ड ड्यूई ने दित्ती है। प्रतिपादन है जिहड़ा इसका किलपैट्रिक ने किया प्रोजैक्ट विधि का। तुसीं हिंदी है ना लैंगुएज होर हिंदी रखी होनी है तुसीं बहुत सारे ने, जां तुसीं SST का भी पढ़ोगे तो वो आह चीज़ां हैगियां है ना, थोड़ा जा क्लीयर कर लियो प्लीज़, माई हंबल रिक्वेस्ट तुहानूं सारिआं नूं। हाँ, बच्चे नूं किसी जीवन स्थिति द्वारा प्रोजैक्ट जीवन के नेड़े रह के सिक्ख्या की प्रेरणा दी जाती है, इसनूं कहा जाता है प्रोजैक्ट। प्रोजैक्ट का शाब्दिक अर्थ योजना या परियोजना होंदी है। एक बच्चे एक इस तरह की जीवन स्थिति, देखो जीवन के विच स्थितियां तो रोज़ ही बदलदियां, उस एक स्थिति नूं किसी एक स्थिति नूं आधार बना के उस आधार ते एक प्रोजैक्ट जिहड़ा शुरू किया जाता है उसनूं कहा जाता है प्रोजैक्ट विधि। उस दे आधार ते बच्चे नूं ज्ञान दिता जाता है।
ਜੀਵਨ ਦੇ ਨੇੜੇ ਰਹਿ ਕੇ ਸਿੱਖਣ ਦੀ ਪ੍ਰੇਰਨਾ ਕਿਹੜੀ ਵਿਧੀ 'ਚ ਹੈ? ਇਹ ਹੈਗੀ ਹੈ ਜੀ ਪ੍ਰੋਜੈਕਟ ਵਿਧੀ ਦੇ ਵਿੱਚ, ਜੀਵਨ ਦੇ ਨੇੜੇ ਰਹਿ ਕੇ। ਹਾਂ, ਬੱਚਾ ਆਪ ਕੰਮ ਕਰਦਾ ਹੋਇਆ ਪ੍ਰਤੱਖ ਅਨੁਭਵ ਦੁਆਰਾ ਸਿੱਖਦਾ ਹੈ। ਹਾਂ, ਤਾਂ ਜੀਵਨ ਦੇ ਵਿੱਚ ਜੀਵਨ ਚੱਲੂਗਾ ਹੀ, ਤਾਂ ਇਹ ਜੀਵਨ ਦੇ ਨਾਲ ਹੀ ਸੰਬੰਧਿਤ ਹੈ। ਬੱਚਾ ਮੰਨ ਲਓ ਕੋਈ ਕੰਮ ਕਰ ਰਿਹਾ ਤਾਂ ਉਹ ਕੀ ਹੈ? ਬੱਚੇ ਦੇ ਜੀਵਨ ਦੇ ਨਾਲ ਹੀ ਸੰਬੰਧਿਤ ਹੈ। ਅਗਲੀ ਗੱਲ ਦੇਖੋ, ਨਵਾਂ ਗਿਆਨ ਨੂੰ ਸਮੁੱਚੇ ਰੂਪ ਵਿੱਚ ਗ੍ਰਹਿਣ ਕਰਦਾ ਹੈ, ਵਿਸ਼ੇ ਨੂੰ ਖੰਡ ਰੂਪ ਵਿੱਚ ਗ੍ਰਹਿਣ ਨਹੀਂ ਕਰਦਾ। ਇਸ ਨੂੰ ਕਿਹਾ ਜਾਂਦਾ ਪ੍ਰੋਜੈਕਟ ਵਿਧੀ। ਇਹ ਪ੍ਰਸ਼ਨ, ਆ ਜਿਹੜੀ ਲਾਈਨ ਲਿਖੀ ਹੈ, ਵੈਰੀ ਵੈਰੀ ਇੰਪੋਰਟੈਂਟ ਹੈ ਇਹ ਲਾਈਨ, ਕਿ ਉਸ ਨੂੰ ਸਮੁੱਚੇ ਰੂਪ ਵਿੱਚ ਗ੍ਰਹਿਣ ਕਰਦਾ ਹੈ। ਨਵੇਂ ਗਿਆਨ ਨੂੰ, ਸਮੁੱਚੇ ਦਾ ਸ਼ਾਬਦਿਕ ਅਰਥ ਅੱਗੇ ਬ੍ਰੈਕਟ ਦੇ ਵਿੱਚ ਦਿੱਤਾ ਹੋਇਆ, ਸਾਰੇ ਦਾ ਸਾਰਾ, ਆਲ, ਸਾਰੇ ਨੂੰ ਇੱਕੇ ਰੂਪ ਵਿੱਚ ਗ੍ਰਹਿਣ ਕਰਦਾ ਹੈ, ਉਸ ਨੂੰ ਖੰਡ ਖੰਡ ਰੂਪ ਵਿੱਚ ਗ੍ਰਹਿਣ ਨਹੀਂ ਕਰਦਾ ਹੈ। ਇਹ ਗੱਲ ਕੌਣ ਕਹਿ ਰਿਹਾ? ਇਹ ਗੱਲ ਜੀ ਪ੍ਰੋਜੈਕਟ ਵਿਧੀ ਕਹਿ ਰਹੀ ਹੈ। ਗੱਲ ਚੇਤੇ ਰੱਖਣੀ ਹੈ ਤੁਸੀਂ। ਪ੍ਰੋਜੈਕਟ ਵਿਧੀ ਦੇ ਸਟੈਪਸ ਕਿਹੜੇ ਕਿਹੜੇ ਆ, ਕਦਮ? ਸਭ ਤੋਂ ਪਹਿਲਾਂ ਪ੍ਰੋਜੈਕਟ ਦੀ ਚੋਣ, ਫਿਰ ਪ੍ਰੋਜੈਕਟ ਦੀ ਯੋਜਨਾਬੰਦੀ, ਫਿਰ ਕੰਮਾਂ ਦੀ ਵੰਡ। ਆ ਤਿੰਨ, ਬਸ ਤਿੰਨ ਬਹੁਤ ਆ ਗਏ ਹੈ ਨਾ। ਇੱਕ ਉਹ ਮਾਰੀਆ ਮੰਟੇਸਰੀਆ ਦੇ ਵਿੱਚ ਵੀ ਤਿੰਨ ਵਾਲੇ ਸੀਗੇ, ਇੱਕ ਆਇਆ ਸੀਗਾ ਲਿਖਣਾ ਸਿਖਾਉਣ ਦੇ ਵਿੱਚ ਕਿਰਿਆਵਾਂ ਵਾਲਾ, ਉਸ ਤੋਂ ਬਾਅਦ ਉਹਦਾ ਵੀ ਆਇਆ ਸੀਗਾ ਆਪਣੇ ਇਹਦਾ, ਆ ਦੇਖੋ ਗੀਤ ਦੇ 3 ਭਾਗਾਂ ਬਾਰੇ ਵੀ ਗੱਲ ਆਈ ਸੀ। ਤੇ ਪ੍ਰੋਜੈਕਟ ਵਿਧੀ ਦੇ ਵਿੱਚ ਵੀ 3 ਹੀ ਚੀਜ਼ਾਂ ਹਨ। ਪ੍ਰੋਜੈਕਟ ਵਿਧੀ ਦੇ 3 ਸਟੈਪ ਆ। ਸਭ ਤੋਂ ਪਹਿਲਾਂ ਪ੍ਰੋਜੈਕਟ ਦੀ ਚੋਣ ਕਰਨੀ ਹੈ। ਦੇਖੋ ਕਿਵੇਂ, ਅਧਿਆਪਕ ਤੇ ਬੱਚੇ ਰਲ ਕੇ ਪ੍ਰੋਜੈਕਟ ਚੁਣਦੇ ਹਨ। ਅਗਰ ਪ੍ਰਸ਼ਨ ਆ ਜੇ ਵੀ ਪ੍ਰੋਜੈਕਟ ਵਿਧੀ ਦੇ ਵਿੱਚ ਪ੍ਰੋਜੈਕਟ ਦੀ ਚੋਣ ਕੀਤੀ ਜਾਂਦੀ ਹੈ ਬੱਚਿਆਂ ਦੁਆਰਾ, ਅਧਿਆਪਕ ਦੁਆਰਾ, ਦੋਨਾਂ ਦੁਆਰਾ, ਜਾਂ ਤੁਸੀਂ ਕਹਿ ਲਓ ਵੀ ਮੁੱਖ ਅਧਿਆਪਕ ਦੁਆਰਾ, ਪਰ ਆਪਸ਼ਨ ਹੀ ਪਾਉਣੇ ਜਿਵੇਂ ਮਰਜ਼ੀ ਪਾ ਦੇ, ਹੈ ਨਾ। ਤਾਂ ਇਹ ਹੈ ਜਿਹੜੀ, ਇਹ ਇੱਕ ਆਪਸ਼ਨ ਹੋਰ ਵੀ ਪਾਊਗਾ ਵੀ ਅਧਿਆਪਕ ਤੇ ਬੱਚੇ ਦੋਨਾਂ ਦੁਆਰਾ। ਸੋ ਅਧਿਆਪਕ ਤੇ ਬੱਚੇ ਦੋਨੋਂ ਰਲ ਕੇ ਪ੍ਰੋਜੈਕਟ ਦਾ ਚੋਣ ਕਰਦੇ ਹਨ। ਧਿਆਨ ਰੱਖਣੀ ਹੈ ਤੁਸੀਂ ਗੱਲ। ਦੂਸਰੀ, ਬੱਚੇ ਸੁਝਾਅ ਦਿੰਦੇ ਹੋਏ ਮੌਖਿਕ ਅਭਿਆਸ ਕਰਦੇ ਹਨ। ਜਦੋਂ ਪ੍ਰੋਜੈਕਟ ਚੁਣਿਆ ਜਾਂਦਾ ਹੈ, 1 ਮਿੰਟ ਮੈਂ ਪਾਣੀ ਪੀ ਲਾਂ ਹੋਵੇ। ਜਦੋਂ ਪ੍ਰੋਜੈਕਟ ਕੋਈ ਚੁਣੇਗਾ ਨਾ, ਤਾਂ ਉਦੋਂ ਕੀ ਹੈ ਵੀ ਅਧਿਆਪਕ ਸੁਜੈਸਟ ਕਰੂਗਾ, ਬੱਚੇ ਵੀ ਅੱਗੋਂ ਸੁਜੈਸਟ ਕਰਨਗੇ। ਤਾਂ ਉਹ ਜਿਹੜਾ ਬੱਚਾ ਵੀ ਸੁਜੈਸਟ ਕਰੂਗਾ, ਅਧਿਆਪਕ ਪੁੱਛੇਗਾ ਵੀ ਕਿਉਂ ਇਹ ਪ੍ਰੋਜੈਕਟ ਹੀ, ਕਿਉਂ ਆਪਾਂ ਇਸੇ ਨੂੰ ਕਿਉਂ ਚੁਣੀਏ। ਉਦੋਂ ਬੱਚਾ ਉਹਦੇ ਬਾਰੇ ਦੱਸੂਗਾ ਵੀ ਮੇਰੇ ਮਾਈਂਡ ਦੇ ਵਿੱਚ ਆਹ ਗੱਲ ਚੱਲ ਰਹੀ ਹੈ। ਇਸ ਪ੍ਰੋਜੈਕਟ ਨੂੰ ਲੈ ਕੇ ਉਹਦੇ ਨਾਲ ਬੱਚੇ ਦਾ ਮੌਖਿਕ ਅਭਿਆਸ ਹੋਊਗਾ। ਦੂਸਰਾ, ਪਰਸਪਰ ਵਿਚਾਰ ਵਟਾਂਦਰਾ ਹੋਊਗਾ ਪ੍ਰੋਜੈਕਟ ਵਿਧੀ ਦੇ ਵਿੱਚ। ਪਹਿਲੇ ਵਿੱਚ ਚੋਣ, ਲਓ ਜੀ ਚੋਣ ਹੋ ਗਈ ਆ, ਪ੍ਰੋਜੈਕਟ ਚੁਣਿਆ ਜਾ ਚੁੱਕਿਆ, ਸਿਲੈਕਟ ਕੀਤਾ ਜਾ ਚੁੱਕਿਆ। ਅਗਲਾ ਸਟੈਪ ਕੀ ਹੈ? ਪ੍ਰੋਜੈਕਟ ਦੀ ਯੋਜਨਾਬੰਦੀ ਕਰਨੀ ਹੈ। ਸਭ ਤੋਂ ਪਹਿਲਾਂ ਐਵੇਂ ਨਾ ਹੋਵੇ, ਵਿਧੀ ਦੇ ਕਦਮ ਤੁਸੀਂ ਧਿਆਨ ਰੱਖਣੇ ਆ ਕ੍ਰਮ ਦੇ ਵਿੱਚ। ਇਹਦਾ ਕ੍ਰਮ ਵੀ ਨਿਰਧਾਰਿਤ ਕੀਤਾ ਗਿਆ। ਪ੍ਰੋਜੈਕਟ ਦੀ ਚੋਣ 1 ਨੰਬਰ 'ਤੇ ਹੈ, ਦੂਸਰੇ 'ਤੇ ਪ੍ਰੋਜੈਕਟ ਦੀ ਯੋਜਨਾਬੰਦੀ ਹੈ, ਤੀਸਰੇ 'ਤੇ ਕੰਮਾਂ ਦੀ ਵੰਡ ਆ। ਹੁਣ ਤੁਸੀਂ ਆਪਣੇ ਹਿਸਾਬ ਨਾਲ, ਇੱਕੋ ਜਿਹੇ ਲੱਗਦੇ ਆਪਸ਼ਨ, ਹੁਣੇ ਤੁਸੀਂ ਪ੍ਰਸ਼ਨ ਬਣਾ ਕੇ ਦੇਖ ਲਓ। ਪ੍ਰੋਜੈਕਟ ਵਿਧੀ ਦੇ ਕਦਮਾਂ ਨੂੰ ਕ੍ਰਮਾਂ ਅਨੁਸਾਰ ਨਿਰਧਾਰਿਤ ਕਰੋ, ਤਾਂ ਤੁਸੀਂ ਦੇਖ ਲਓ ਪ੍ਰੋਜੈਕਟ ਦੀ ਯੋਜਨਾਬੰਦੀ ਉੱਤੇ ਰੱਖ ਕੇ ਦੇਖੋ, ਤੁਹਾਨੂੰ ਉਹ ਵੀ ਸਹੀ ਲੱਗੂਗਾ। ਤੁਸੀਂ ਕੰਮਾਂ ਦੀ ਵੰਡ, ਤੁਸੀਂ ਕਹੋਗੇ ਸਭ ਤੋਂ ਪਹਿਲਾਂ ਤਾਂ ਕੰਮ ਹੀ ਵੰਡੇ ਜਾਂਦੇ ਹੁੰਦੇ ਆ, ਹੈ ਨਾ। ਜਾਂ ਸਭ ਤੋਂ ਪਹਿਲਾਂ ਤਾਂ ਯੋਜਨਾ ਹੀ ਬਣਾਈ ਜਾਂਦੀ ਹੈ, ਪਰ ਇਹ ਤਾਂ ਇਹ ਨਹੀਂ, ਸਭ ਤੋਂ ਪਹਿਲਾਂ ਪ੍ਰੋਜੈਕਟ ਦੀ ਚੋਣ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਪ੍ਰੋਜੈਕਟ ਦੀ ਯੋਜਨਾਬੰਦੀ, ਚੁਣਿਆ ਗਿਆ ਜਿਹੜਾ ਪ੍ਰੋਜੈਕਟ ਹੈ ਉਸ ਸੰਬੰਧੀ ਕੀਤੇ ਜਾਣ ਵਾਲੇ ਕੰਮਾਂ ਦਾ ਵਿਸਤਾਰਪੂਰਵਕ ਵੇਰਵਾ, ਉਸ ਨੂੰ ਵਿਸਤਾਰ ਰੂਪ ਵਿੱਚ ਇੱਕ ਜਗ੍ਹਾ, ਇੱਕ ਮਤਲਬ ਕੀ ਹੈ ਉਹਦਾ ਪੂਰਾ ਇੱਕ ਰੂਪ ਰੇਖਾ ਖਾਕਾ ਉਹਦਾ ਬਣਾਇਆ ਜਾਂਦਾ, ਜਿਹਦੇ ਵਿੱਚ ਪ੍ਰੋਜੈਕਟ ਵਿਧੀ ਦੇ ਵਿੱਚ ਕਿਹੜੇ ਕਿਹੜੇ ਕੀਤੇ ਜਾਣਗੇ ਕੰਮ, ਤਾਂ ਜੋ ਪ੍ਰੋਜੈਕਟ ਹੈ ਜਿਹੜਾ ਉਹ ਪੂਰਾ ਹੋ ਸਕੇ, ਸਫਲ। ਪਰ ਵੀ ਪ੍ਰੋਜੈਕਟ ਦਾ ਮਤਲਬ ਹੀ ਇਹ ਹੈ ਗਿਆਨ ਪ੍ਰਾਪਤ ਕਰਨਾ, ਕਿਉਂਕਿ ਪ੍ਰੋਜੈਕਟ ਵਿਧੀ ਦਾ ਵੀ ਤਾਂ ਇਹੀ ਹੈ ਵੀ ਪ੍ਰੋਜੈਕਟ ਵਿਧੀ ਕੋਈ ਆਇਆ ਤਾਂ ਹੈ ਨਹੀਂ ਵੀ ਕੋਈ ਪ੍ਰੋਜੈਕਟ ਦਿੱਤਾ ਹੋਇਆ ਜੋ ਕਿਸੇ ਕੰਮ ਨਹੀਂ ਆ ਰਿਹਾ। ਗਿਆਨ ਪ੍ਰਾਪਤ ਕਰਨਾ, ਭਾਸ਼ਾ ਦਾ ਗਿਆਨ ਪ੍ਰਾਪਤ ਕਰਨਾ। ਕੰਮਾਂ ਦੀ ਵੰਡ ਕੀ ਕਰੂਗੀ ਅੱਗੇ ਦੇਖੋ, ਬੱਚਾ ਆਪਣੀ ਰੁਚੀ ਯੋਗਤਾ ਦੇ ਅਨੁਸਾਰ ਪ੍ਰੋਜੈਕਟ ਸੰਬੰਧੀ ਕੋਈ ਵੀ ਕੰਮ ਆਪ ਚੁਣ ਸਕਦਾ ਹੈ। ਅਧਿਆਪਕ ਦੀ ਹਾਜ਼ਰੀ ਦੇ ਵਿੱਚ ਬੱਚਾ ਵਿਚਾਰ ਵਟਾਂਦਰਾ ਕਰਦਾ ਹੋਇਆ ਮੌਖਿਕ ਪ੍ਰਗਟਾ ਅਭਿਆਸ ਦੁਆਰਾ ਭਾਸ਼ਾ ਦੇ ਸੰਬੰਧੀ, ਭਾਸ਼ਾ ਦੇ ਨਾਲ ਰਿਲੇਟਡ ਹੇਠ ਲਿਖੇ ਅਭਿਆਸ ਕਰੂਗਾ। ਕਿਹੜੇ? ਪੜ੍ਹਨ ਦਾ ਕੰਮ, ਸਭ ਤੋਂ ਪਹਿਲਾਂ ਕੀ ਕਰੂਗਾ? ਪੜ੍ਹਨ ਦੇ ਕੰਮ 'ਚ ਆਪਣੇ ਵੱਲੋਂ ਚੁਣੇ ਗਏ ਕੰਮ ਨਾਲ ਸੰਬੰਧਿਤ ਪੁਸਤਕਾਂ ਪੜ੍ਹੂਗਾ, ਨੋਟਸ ਪੜ੍ਹੂਗਾ, ਇੱਕ ਰਿਪੋਰਟ ਤਿਆਰ ਕਰੂਗਾ। ਠੀਕ ਹੈ, ਪੜ੍ਹਨ ਦੇ ਕੰਮ ਵਿੱਚ। ਹੁਣ ਤੁਸੀਂ ਧਿਆਨ ਰੱਖਣਾ ਵੀ ਰਿਪੋਰਟ ਬੱਚੇ ਵੱਲੋਂ ਤਿਆਰ ਕਿਹਦੇ 'ਚ ਕੀਤੀ ਜਾਂਦੀ ਹੈ? ਪੜ੍ਹਨ ਦੇ ਕੰਮ ਵਿੱਚ। ਪੜ੍ਹਨ ਦੇ ਕੰਮ ਵਿੱਚ ਸਭ ਤੋਂ ਪਹਿਲਾਂ ਕੀ ਕਰੂਗਾ? ਨਾਲ ਸੰਬੰਧਿਤ ਪੁਸਤਕਾਂ ਪੜ੍ਹ ਕੇ ਪ੍ਰੋਜੈਕਟ ਦੇ ਨਾਲ, ਜਿਹੜਾ ਪ੍ਰੋਜੈਕਟ ਦੇ ਵਿੱਚ ਜਿਹੜਾ ਕੰਮ ਬੱਚੇ ਨੂੰ ਦਿੱਤਾ ਗਿਆ ਹੈ, ਆਪਣੇ ਉਸ ਕੰਮ ਦੇ ਨਾਲ ਸੰਬੰਧਿਤ ਬੱਚਾ ਕੀ ਕਰੇਗਾ?
ਬੱਚਾ ਕਰੇਗਾ, ਪੁਸਤਕਾਂ ਪੜ੍ਹੇਗਾ, ਨੋਟਸ ਪੜ੍ਹੇਗਾ, ਰਿਪੋਰਟ ਤਿਆਰ ਕਰੇਗਾ। ਅੱਛਾ, ਹੁਣ ਇੱਕ ਮੰਨ ਲਓ ਵੀ ਬਾਗਬਾਨੀ ਲਾਉਣ ਦਾ ਪ੍ਰੋਜੈਕਟ ਸੀ, ਇੱਕ ਬਾਗ ਲਾਉਣ ਦਾ ਪ੍ਰੋਜੈਕਟ ਸੀ, ਕਿਸੇ ਬੱਚੇ ਨੂੰ ਦੇਤਾ ਬੀਜਾਂ ਬਾਰੇ ਵੀ ਬੀਜ ਆ ਜਿਹੜੇ ਉਹਨਾਂ 'ਤੇ ਤੂੰ ਖੋਜ ਸਰਚ ਕਰਨੀ ਹੈ ਵੀ ਜਿਹੜੇ ਕੋਈ ਫੁੱਲ ਇੰਨੇ ਕੁ ਫੁੱਲਾਂ ਦੇ ਕੋਈ 4-5 ਜਿਵੇਂ ਗੇਂਦੇ ਦਾ ਹੋ ਗਿਆ, ਕੋਈ ਗੁਲਾਬ ਦਾ ਹੋ ਗਿਆ, ਕੋਈ ਕਮਲ ਦਾ ਫੁੱਲ ਲਾ ਲਓ, ਕਿਵੇਂ ਵੀ ਫੁੱਲਾਂ ਦੇ ਨਾਮ, ਲਿਲੀ ਦਾ ਫੁੱਲ ਜਿਵੇਂ ਹੈ ਨਾ, ਉਹਨਾਂ ਦੇ ਕੀ ਆ ਵੀ ਉਹਦੇ ਮਤਲਬ ਬੀਜਾਂ ਦੇ ਉੱਪਰ ਉਹਨੇ ਕੋਈ ਖੋਜ ਸਰਚ ਕਰਨੀ ਆ। ਹੁਣ ਤਾਂ ਉਹਦਾ ਕੰਮ ਇੱਕ ਅੱਡ ਹੋ ਗਿਆ ਹੈ ਨਾ, ਉਸ ਪੂਰੇ ਬਾਗ ਦੇ ਵਿੱਚੋਂ, ਉਸ ਪੂਰੇ ਪ੍ਰੋਜੈਕਟ ਦੇ ਵਿੱਚੋਂ ਉਹਨੂੰ ਇੱਕ ਕੰਮ ਦੇਤਾ ਬੀਜਾਂ ਦੀ ਖੋਜ ਦਾ, ਵੀ ਉਹਦੇ ਮਤਲਬ ਬੀਜ ਵਗੈਰਾ ਲਾਉਣ ਦਾ ਤਰੀਕਾ ਵਗੈਰਾ, ਇਹ ਤਾਂ ਉਹਦੇ ਨਾਲ ਸੰਬੰਧਿਤ ਕੀ ਕਰੇਗਾ, ਪੁਸਤਕਾਂ ਪੜ੍ਹੇਗਾ, ਨੋਟਸ ਪੜ੍ਹੇਗਾ, ਉਹਦੇ 'ਤੇ ਇੱਕ ਰਿਪੋਰਟ ਤਿਆਰ ਕਰ ਲੇਗਾ। ਅਗਲਾ ਸਟੈਪ ਕੀ ਹੋਊਗਾ, ਮੌਖਿਕ ਅਭਿਆਸ। ਧਿਆਨ ਰੱਖਿਓ, ਕੰਮਾਂ ਦੀ ਵੰਡ ਵਿੱਚ ਅੱਗੇ ਜਾ ਰਹੇ ਹਾਂ ਆਪਾਂ, ਬੱਚੇ ਨੂੰ ਹੁਣ ਭਾਸ਼ਾ ਸਿਖਾ ਰਹੇ ਹਾਂ ਆਪਾਂ। ਮੌਖਿਕ ਅਭਿਆਸ ਵਿੱਚ ਕੀ ਹੋਊਗਾ, ਸਾਰੀਆਂ ਰਿਪੋਰਟਾਂ ਨੂੰ ਇਕੱਠਾ ਕੀਤਾ ਜਾਊਗਾ। ਅੱਛਾ, ਆਹ ਤਾਂ ਇੱਕ ਬੱਚੇ ਨੇ ਰਿਪੋਰਟ ਤਿਆਰ ਕੀਤੀ, ਇਸ ਤਰ੍ਹਾਂ ਬਹੁਤ ਸਾਰੇ ਬੱਚੇ, ਹੁਣ ਜਿਵੇਂ ਪਾਣੀ ਦੇਣਾ, ਕਿਹੜੇ ਬੂਟੇ ਨੂੰ, ਕਿਹੜੇ ਫੁੱਲ ਨੂੰ ਕਿੰਨਾ ਪਾਣੀ ਜਾਣਾ ਚਾਹੀਦਾ, ਇਸ ਸਥਿਤੀ ਨੂੰ ਵੀ ਹੈ ਨਾ ਇੱਕ ਬੱਚਾ ਜਿਹੜਾ ਉਸ ਦੇ ਬਾਰੇ ਵੀ ਜਾਣਕਾਰੀ ਲਊਗਾ, ਉਹ ਵੀ ਰਿਪੋਰਟ ਬਣੂਗੀ ਹੈ ਨਾ। ਉਸ ਤੋਂ ਬਾਅਦ ਕੋਈ ਕਾਟਾ ਛਾਟੀ ਵਾਲੀ, ਉਹਦੇ 'ਤੇ ਵੀ ਰਿਪੋਰਟ ਬਣੂਗੀ। ਇਹ ਸਾਰੀਆਂ ਚੀਜ਼ਾਂ, ਉਸ ਦੀ ਖੁਦਾਈ ਵਗੈਰਾ ਕਦੋਂ, ਉਸ ਨੂੰ ਕੋਈ ਖਾਦ ਵਗੈਰਾ, ਕੋਈ ਸਪੈਸ਼ਲ ਕੋਈ ਚੀਜ਼ ਚਾਹੀਦੀ ਹੈ, ਇਹ ਸਾਰੀਆਂ ਚੀਜ਼ਾਂ 'ਤੇ ਅਲੱਗ-ਅਲੱਗ ਰਿਪੋਰਟਾਂ ਬਣ ਜਾਣਗੀਆਂ। ਸਾਰੀਆਂ ਰਿਪੋਰਟਾਂ ਨੂੰ ਇਕੱਠਾ ਕਰਕੇ ਬੋਲਣ ਦਾ ਅਭਿਆਸ, ਮੌਖਿਕ ਅਭਿਆਸ ਦੁਆਰਾ ਰਿਪੋਰਟਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਜਾਂਦੀ ਹੈ। ਸਾਰੀਆਂ ਰਿਪੋਰਟਾਂ ਨੂੰ ਇਕੱਠਾ ਕੀਤਾ, ਇੱਕ ਪ੍ਰੋਜੈਕਟ ਬਣ ਗਿਆ, ਲਿਖਤੀ ਕੰਮ। ਬੱਚੇ ਨੂੰ ਪ੍ਰੋਜੈਕਟ ਸੰਬੰਧੀ ਪੋਸਟਰ ਲਿਖਣੇ, ਐਡਰੈਸ ਲਿਖਣੇ, ਪ੍ਰੂਫ ਪੜ੍ਹਨੇ, ਉਸ ਦੇ ਕੰਮ ਸੰਬੰਧੀ ਯੋਜਨਾ ਨੂੰ ਲਿਖਣ ਲਈ ਆਖਿਆ ਜਾਂਦਾ ਹੈ। ਇਹ ਬੱਚੇ ਨੂੰ ਲਿਖਤੀ ਕੰਮ ਦਿੱਤਾ ਜਾਂਦਾ ਹੈ। ਲਓ ਜੀ, ਬੱਚੇ ਦਾ ਪ੍ਰੋਜੈਕਟ ਵਿਧੀ ਦੇ ਵਿੱਚ ਪੜ੍ਹਨ ਦਾ ਅਭਿਆਸ ਵੀ ਹੋ ਰਿਹਾ, ਮੌਖਿਕ ਅਭਿਆਸ ਵੀ ਹੋ ਰਿਹਾ, ਅਤੇ ਉਸ ਤੋਂ ਬਾਅਦ ਲਿਖਤੀ ਕੰਮ ਵੀ। ਪੜ੍ਹਨ ਦਾ ਅਭਿਆਸ ਵਿੱਚ ਕੀ ਕਰਦਾ ਉਹ, ਜਦੋਂ ਰਿਪੋਰਟ ਤਿਆਰ ਕਰਦਾ ਉਦੋਂ ਪੁਸਤਕਾਂ ਅਤੇ ਨੋਟਸ ਪੜ੍ਹਦਾ, ਪੜ੍ਹਨ ਦਾ ਅਭਿਆਸ ਹੋ ਗਿਆ। ਮੌਖਿਕ ਅਭਿਆਸ ਦੇ ਵਿੱਚ ਸਾਰੀਆਂ ਰਿਪੋਰਟਾਂ ਨੂੰ ਇਕੱਠਾ ਕਰਕੇ ਬੋਲਣ ਦੇ ਅਭਿਆਸ ਦੁਆਰਾ ਬੋਲ ਕੇ ਦੱਸੂਗਾ ਵੀ ਮੈਂ ਇਸ ਰਿਪੋਰਟ ਦੇ ਵਿੱਚ ਆਹ ਖੋਜ ਸਰਚ ਕੀਤੀ ਹੈ ਜੀ, ਇਹ ਸਾਰਾ ਮੌਖਿਕ ਅਭਿਆਸ ਹੋਊਗਾ। ਉਸ ਤੋਂ ਬਾਅਦ ਲਿਖਤੀ ਕੰਮ, ਪ੍ਰੋਜੈਕਟ ਸੰਬੰਧੀ ਪੋਸਟਰ ਲਿਖੂਗਾ, ਐਡਰੈਸ ਵੀ ਲਿਖੂਗਾ, ਪ੍ਰੂਫ ਪੜ੍ਹਨੇ, ਇਹ ਸਾਰੇ ਕੰਮ ਆ ਜਾਂਦੇ ਆ ਇਸ ਵਿੱਚ ਪ੍ਰੋਜੈਕਟ ਵਿਧੀ ਵਿੱਚ। ਪ੍ਰੋਜੈਕਟ ਵਿਧੀ ਪੂਰੀ। ਅਗਲੀ ਵਿਧੀ ਹੈ ਸਮਵਾਏ ਵਿਧੀ। ਸਮਵਾਏ ਦਾ ਸ਼ਾਬਦਿਕ ਅਰਥ ਹੁੰਦਾ ਹੈ ਸੰਬੰਧ ਸਥਾਪਿਤ ਕਰਨਾ, ਟੂ ਮੇਕ ਰਿਲੇਸ਼ਨ, ਸੰਬੰਧ ਸਥਾਪਿਤ ਕਰਨਾ। ਸਮਵਾਏ ਦਾ ਸ਼ਾਬਦਿਕ ਅਰਥ ਬਣਦਾ ਬੇਟਾ ਸੰਬੰਧ ਸਥਾਪਿਤ ਕਰਨਾ, ਦੇਖ ਲਓ ਚਾਹੇ, ਸੰਬੰਧ ਸਥਾਪਿਤ ਕਰਨਾ, ਸਮਵਾਏ। ਹੁਣ ਸਮਵਾਏ ਵਿਧੀ ਹੈ ਜਿਹੜੀ, ਇਹਦੇ ਵਿੱਚ ਸੰਬੰਧ ਸਥਾਪਿਤ ਕਰਨਾ ਕਿਹਦਾ ਹੈ, ਦੋ ਚੀਜ਼ਾਂ ਦਾ, ਕੰਮ ਅਤੇ ਗਿਆਨ ਵਿਚਕਾਰ ਅਟੁੱਟ ਸੰਬੰਧ ਸਥਾਪਿਤ ਕਰਨਾ। ਕਿਹਦੇ ਵਿਚਕਾਰ, ਸਮਵਾਏ ਵਿਧੀ ਦੇ ਵਿੱਚ ਸੰਬੰਧ ਸਥਾਪਿਤ ਕੀਤਾ ਜਾਂਦਾ ਹੈ ਕੰਮ ਅਤੇ ਗਿਆਨ ਵਿਚਕਾਰ। ਪ੍ਰਸ਼ਨ ਧਿਆਨ ਰੱਖ ਲਓਗੇ। ਅੱਗੇ ਦੇਖੋ, ਸਮਵਾਏ ਸ਼ਬਦ ਦਾ ਸੰਬੰਧ ਮਹਾਤਮਾ ਗਾਂਧੀ ਦੀ ਬੇਸਿਕ ਸਿੱਖਿਆ ਨਾਲ ਜੋੜਿਆ ਜਾਂਦਾ ਹੈ, ਰੱਖ ਲਓਗੇ ਚੇਤੇ। ਅਗਲੀ ਗੱਲ ਦੇਖੋ, ਸਮਵਾਏ ਦਾ ਭਾਵ ਕੀ ਹੈ, ਗਿਆਨ ਅਤੇ ਕਿਰਿਆ ਦਾ ਏਕੀਕਰਨ। ਗਿਆਨ ਅਤੇ ਕਿਰਿਆ ਦਾ ਏਕੀਕਰਨ, ਕੰਮ ਅਤੇ ਗਿਆਨ, ਇੱਥੇ ਕਿਰਿਆ ਮਤਲਬ ਕੰਮ, ਕਿਰਿਆ ਕੰਮ ਨੂੰ ਲਿਖਤਾ, ਉੱਥੇ ਇੱਕੋ ਹੀ ਗੱਲ ਹੈ। ਗਿਆਨ ਅਤੇ ਕਿਰਿਆ ਦਾ ਏਕੀਕਰਨ ਕਰਨਾ, ਉਸ ਨੂੰ ਕਿਹਾ ਜਾਂਦਾ ਹੈ ਸਮਵਾਏ। ਹਰਬਰਟ ਦੇ ਸਹਿ ਸੰਬੰਧ ਸਿਧਾਂਤ ਦੇ ਅਨੁਸਾਰ, ਹਰਬਰਟ ਸਪੈਂਸਰ ਨਾਮ ਤੁਸੀਂ ਸੁਣਿਆ ਹੋਇਆ। ਹਰਬਰਟ ਦਾ ਸਹਿ ਸੰਬੰਧ ਸਿਧਾਂਤ ਦੇ ਵਿੱਚ ਕੀ ਹੈ, ਮਾਨਸਿਕ ਜੀਵਨ ਵਿੱਚ ਏਕਤਾ ਅਤੇ ਸਥਿਰਤਾ ਲਈ ਵੱਖ-ਵੱਖ ਪਾਠ ਵਿਸ਼ਿਆਂ ਦਾ ਸੁਮੇਲ ਜ਼ਰੂਰੀ ਹੈ। ਆਪਾਂ ਪਿੱਛੇ ਪ੍ਰੋਜੈਕਟ ਵਿਧੀ ਦੇ ਵਿੱਚ ਇੱਕ ਗੱਲ ਪੜ੍ਹੀ ਸੀਗੀ ਕਿ ਬੱਚਾ ਨਵੇਂ ਗਿਆਨ ਨੂੰ ਸਮੁੱਚੇ ਰੂਪ ਵਿੱਚ ਗ੍ਰਹਿਣ ਕਰਦਾ ਹੈ, ਇੱਕ ਵਿਸ਼ੇ ਨੂੰ ਖੰਡਾਂ ਦੇ ਵਿੱਚ ਗ੍ਰਹਿਣ ਨਹੀਂ ਕਰ ਸਕਦਾ, ਸਮੁੱਚੇ ਰੂਪ ਵਿੱਚ। ਇੱਥੇ ਕੀ ਹੈ, ਦੇਖੋ ਇੱਥੇ ਗੱਲ ਥੋੜੀ ਅਲੱਗ ਹੈ ਉਹਦੇ ਨਾਲੋਂ। ਦੇਖੋ ਕੀ ਹੈ ਇਹਦੇ ਵਿੱਚ, ਕੀ ਹੈ, ਹਰਬਰਟ ਦਾ ਸਹਿ ਸੰਬੰਧ ਸਿਧਾਂਤ ਦੇ ਅਨੁਸਾਰ ਜੀਵਨ ਵਿੱਚ ਏਕਤਾ ਅਤੇ ਸਥਿਰਤਾ ਵਾਸਤੇ ਵੱਖ-ਵੱਖ ਵਿਸ਼ਿਆਂ ਦਾ ਸੁਮੇਲ ਕਰਨਾ ਜ਼ਰੂਰੀ ਹੈ। ਅੱਗੇ ਦੇਖੋ, ਗਿਆਨ ਇੱਕ ਅਟੁੱਟ ਇਕਾਈ ਹੈ ਅਤੇ ਪੜ੍ਹਾਉਂਦੇ ਸਮੇਂ ਇਹ ਇਕਾਈ ਬਣੀ ਰਹਿਣੀ ਚਾਹੀਦੀ ਹੈ। ਇਸੇ ਨੂੰ ਤਾਂ ਕਿਹਾ ਜਾਂਦਾ ਸਹਿ ਸੰਬੰਧ ਦਾ ਸਿਧਾਂਤ। ਇਹਦਾ ਸੰਬੰਧ ਬਣਦਾ ਇਸੇ ਦੇ ਨਾਲ, ਉਵੇਂ ਹੀ ਸਮਵਾਏ ਵਿਧੀ ਹੈ। ਸਮਵਾਏ ਵਿਧੀ ਦੇ ਵਿੱਚ ਕੀ ਹੈ ਵੀ ਉਹ ਗਿਆਨ ਜਿਹੜੀ ਅਟੁੱਟ ਇਕਾਈ ਬਣਦੀ ਕਿਵੇਂ ਰਹੂਗੀ, ਜਦੋਂ ਗਿਆਨ ਦਾ ਸੰਬੰਧ ਕੰਮ ਦੇ ਨਾਲ, ਕਿਰਿਆ ਦੇ ਨਾਲ ਕੀਤਾ ਜਾਊਗਾ। ਬੇਸਿਕ ਸਿੱਖਿਆ ਵਿੱਚ ਸਮਵਾਏ ਦੇ 3 ਕੇਂਦਰ ਹਨ ਜੀ, ਤਿੰਨ ਤੁਹਾਨੂੰ ਪਤਾ ਬਹੁਤ ਆਏ ਆ, ਹੈ ਨਾ। ਇਹਦੇ ਵਿੱਚ ਵੀ 3 ਹੀ ਆ, ਕਿੱਤਾ ਜਾਂ ਕੰਮ, ਜਿਹਨੂੰ ਆਪਾਂ ਪ੍ਰੋਫੈਸ਼ਨ ਕਹਿ ਦਿੰਦੇ ਹਾਂ, ਕਿੱਤਾ, ਕੰਮ, ਪ੍ਰੋਫੈਸ਼ਨ। ਸਮਾਜਿਕ ਵਾਤਾਵਰਣ ਨਾਲ ਸੰਬੰਧਿਤ ਸਮਵਾਏ,
ਇੱਥੇ ਲਿਖ ਲਓ ਕਿੱਤਾ ਜਾਂ ਕੰਮ ਨਾਲ ਸੰਬੰਧਿਤ ਸਮਵਾਏ। ਅੱਗੇ ਪ੍ਰਕਿਰਤਿਕ ਵਾਤਾਵਰਣ ਨਾਲ ਸੰਬੰਧਿਤ ਸਮਵਾਏ। ਲਓ ਜੀ, 3 ਤਰ੍ਹਾਂ ਦੇ ਸਮਵਾਏ ਹੁੰਦੇ ਆ, 3 ਤਰ੍ਹਾਂ ਦੇ ਸੰਬੰਧ ਹੁੰਦੇ ਆ। ਸਭ ਤੋਂ ਪਹਿਲਾਂ ਕਿੱਤੇ ਜੇ ਕੰਮ ਨਾਲ ਸੰਬੰਧਿਤ ਸਮਵਾਏ ਕਿਹੜੇ ਕਿਹੜੇ ਆ? ਮੰਨ ਲਓ ਖੇਤੀਬਾੜੀ ਕਰਦਾ ਕੋਈ, ਜਾਂ ਕੋਈ ਕੱਪੜੇ ਬੁਣਨ ਦਾ ਕੰਮ ਕਰਦਾ, ਇਹ ਸਾਰੇ ਕੰਮ ਧੰਦੇ ਆ ਜਿਹੜੇ ਇਹ ਕਿੱਤੇ ਆ, ਕਿੱਤੇ ਦੇ ਵਿੱਚ ਆਉਂਦੇ ਆ, ਪ੍ਰੋਫੈਸ਼ਨ ਦੇ ਵਿੱਚ ਆਉਂਦੇ ਆ। ਖੇਤੀਬਾੜੀ ਹੈ ਇੱਕ ਪ੍ਰੋਫੈਸ਼ਨ ਆ, ਉਹਦੇ ਵਿੱਚ ਕੀ ਹੈ, ਕਿੱਤਿਆਂ ਨਾਲ ਸੰਬੰਧਿਤ ਕਿੱਤਾ ਕੰਮ ਨੂੰ ਕਿਹਾ ਜਾਂਦਾ ਹੈ। ਦੇਖੋ ਲਿਖਿਆ ਹੋਇਆ ਕਿਰਿਆਵਾਂ ਨੂੰ ਪਹਿਲਾਂ ਮੌਖਿਕ ਅਤੇ ਫਿਰ ਲਿਖਤੀ ਰੂਪ ਵਿੱਚ ਲਿਖਿਆ ਜਾਵੇ। ਲਓ ਜੀ, ਹੋ ਗਿਆ ਨਾ, ਕੰਮ ਤੇ ਗਿਆਨ ਦਾ ਸੰਬੰਧ ਹੋ ਗਿਆ ਪਹਿਲੇ ਦੇ ਵਿੱਚ ਕਿੱਤੇ ਤੇ ਗਿਆਨ ਦਾ ਸੰਬੰਧ। ਦੂਸਰੇ ਵਿੱਚ ਸਮਾਜਿਕ ਵਾਤਾਵਰਣ ਦੇ ਨਾਲ ਸੰਬੰਧਿਤ ਕਿਵੇਂ ਹੁੰਦਾ ਹੈ? ਗਿਆਨ ਨੂੰ ਸਮਾਜਿਕ ਕਾਰਜਾਂ ਨਾਲ ਜੋੜ ਕੇ ਇਸ ਸੰਬੰਧੀ ਅਨੁਭਵ ਬੱਚੇ ਨੂੰ ਪ੍ਰਦਾਨ ਕੀਤਾ ਜਾਵੇ। ਜਿਵੇਂ ਸਮਾਜਿਕ ਰੀਤੀ ਰਿਵਾਜ ਹੋ ਗਏ, ਤਿਉਹਾਰ ਮਨਾਉਣੇ, ਉਹਦੇ ਨਾਲ ਸੰਬੰਧਿਤ ਗਿਆਨ ਬੱਚੇ ਨੂੰ ਦਿੰਦੇ ਆ, ਤਾਂ ਉਹ ਹੁੰਦਾ ਹੈ ਸਮਾਜਿਕ ਵਾਤਾਵਰਣ ਨਾਲ ਸੰਬੰਧਿਤ ਸਮਵਾਈ, ਕਿਉਂਕਿ ਇਹ ਸਮਾਜ ਦੇ ਨਾਲ ਰਿਲੇਟਡ ਆ ਚੀਜ਼ਾਂ। ਅੱਗੇ ਪ੍ਰਕਿਰਤੀ ਨਾਲ ਸੰਬੰਧਿਤ ਕਿਵੇਂ ਹੈ? ਬੱਚੇ ਨੂੰ ਗਿਆਨ ਨੂੰ ਪ੍ਰਾਕ੍ਰਿਤਿਕ ਘਟਨਾਵਾਂ ਨਾਲ ਜੋੜ ਕੇ ਸਮਵਾਏ ਬੱਚੇ ਨੂੰ ਗਿਆਨ ਪ੍ਰਦਾਨ ਕੀਤਾ ਜਾਵੇ। ਪ੍ਰਕਿਰਤੀ ਨਾਲ ਸੰਬੰਧਿਤ ਘਟਨਾਵਾਂ ਮੰਨ ਲਓ ਹੁੰਦੀਆਂ ਕੋਈ ਕੁਦਰਤੀ ਘਟਨਾਵਾਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਤਾਂ ਉਸ ਨਾਲ ਰਿਲੇਟ ਕਰਕੇ ਬੱਚੇ ਨੂੰ ਗਿਆਨ ਪ੍ਰਦਾਨ ਕੀਤਾ ਜਾਵੇ। ਇਹ ਹੈ ਸਾਡੀ ਸਮਵਾਏ ਵਿਧੀ। ਅਗਲੀ ਵਿਧੀ ਹੈ ਜਿਹੜੀ ਖੇਡ ਵਿਧੀ ਹੈ, ਹੈਨਰੀ ਕਾਲਡਵੈਲ ਕੁੱਕ ਇਹਦਾ ਜਨਮਦਾਤਾ ਹੈ। ਨਾਮ ਤੁਸੀਂ ਧਿਆਨ ਰੱਖਣਾ, ਹੈਨਰੀ ਕੁੱਕ ਵੀ ਆ ਜਾਂਦਾ, ਹੈਨਰੀ ਕਾਲਡਵੈਲ ਕੁੱਕ ਵੀ ਆ ਜਾਂਦਾ। ਸਿੱਖਣ ਪ੍ਰਕਿਰਿਆ ਨੂੰ ਖੇਡ ਦੀ ਭਾਵਨਾ ਨਾਲ ਜੋੜਨਾ, ਖੇਡ ਵਿਧੀ, ਉਹਦਾ ਨਾਮ ਹੀ ਸਿੱਧਾ ਖੇਡ ਵਿਧੀ ਲਿਖ ਰੱਖਿਆ। ਬੱਚੇ ਨੂੰ ਵਰਨ, ਸ਼ਬਦ, ਵਾਕੰਸ਼, ਵਾਕ ਸੰਬੰਧੀ ਕਾਰਡ ਤਿਆਰ ਕਰਕੇ ਖੇਡ ਪ੍ਰਕਿਰਿਆ ਦੁਆਰਾ ਭਾਸ਼ਾ ਸਿਖਾਈ ਜਾਂਦੀ ਹੈ। ਖੇਡ ਵਿਧੀ ਦੇ ਵਿੱਚ ਕੀ ਹੈ, ਕਾਰਡ ਤਿਆਰ ਕੀਤੇ ਜਾਂਦੇ ਆ। ਉਹ ਕਾਰਡ ਕੀ ਹੁੰਦੇ ਆ, ਕਿਹਦੇ ਨਾਲ ਸੰਬੰਧਿਤ ਹੁੰਦੇ ਆ? ਵਰਨਾਂ ਦੇ ਨਾਲ ਸੰਬੰਧਿਤ, ਸ਼ਬਦਾਂ ਦੇ ਨਾਲ। ਇਹ ਸਾਰੇ ਭਾਸ਼ਾ ਦੇ ਵਿੱਚ ਹੀ ਤਾਂ ਹੁੰਦੇ ਆ। ਆਪਣਾ ਮੇਨ ਮਕਸਦ ਕੀ ਹੈ? ਬੱਚੇ ਨੂੰ ਭਾਸ਼ਾ ਦਾ ਗਿਆਨ ਦੇਣਾ। ਤਾਂ ਆ ਵਰਨ, ਸ਼ਬਦ, ਵਾਕੰਸ਼, ਵਾਕ, ਇਹਨਾਂ ਨੂੰ ਮਿਲਾ ਕੇ ਹੀ ਤਾਂ ਭਾਸ਼ਾ ਬਣਦੀ ਹੈ ਬੇਟਾ। ਭਾਸ਼ਾ ਸਿਖਾਈ ਜਾਂਦੀ ਹੈ। ਤਾਂ ਇਹ ਹੈ ਜਿਹੜੀ ਖੇਡ ਵਿਧੀ ਹੈ। ਮਾਂਟੇਸਰੀ, ਕਿੰਡਰਗਾਰਟਨ, ਪ੍ਰੋਜੈਕਟ ਆਦਿ ਵਿਧੀਆਂ ਖੇਡ ਦੁਆਰਾ ਸਿੱਖਣ ਨਾਲ ਸੰਬੰਧਿਤ ਵਿਧੀਆਂ ਹੈ। ਆ ਜਿਹੜੀਆਂ ਮਾਂਟੇਸਰੀ ਵਿਧੀ ਦੇ ਵਿੱਚ ਵੀ ਖੇਡ ਦੀ ਗੱਲ ਆਈ ਸੀ, ਕਿੰਡਰਗਾਰਟਨ 'ਚ ਵੀ ਆਈ ਸੀ, ਪ੍ਰੋਜੈਕਟ ਵਿਧੀਆਂ ਇਹ ਸਾਰੀਆਂ। ਅੱਗੇ ਦੇਖੋ ਖੇਡ ਵਿਧੀ ਦੀ ਹੋਰ ਗੱਲ ਦੇਖਦੇ ਹਾਂ। ਇਸ ਵਿਧੀ ਦੀ ਵਰਤੋਂ ਆਰੰਭ ਵਿੱਚ ਅੰਗਰੇਜ਼ੀ ਭਾਸ਼ਾ ਸਿਖਾਉਣ ਵਾਸਤੇ ਵਰਤੀ ਜਾਂਦੀ ਸੀ। ਇਹ ਵਿਧੀ ਆਰੰਭ ਵਿੱਚ, ਹੁਣ ਤਾਂ ਲਗਭਗ ਹਰ ਭਾਸ਼ਾ ਸਿਖਾਉਣ ਦੇ ਵਿੱਚ ਇਸ ਵਿਧੀ ਨੂੰ ਵਰਤਿਆ ਜਾਂਦਾ ਹੈ। ਇਸ ਵਿਧੀ ਦੇ ਵਿੱਚ ਬੱਚਾ ਖੇਡ ਦੁਆਰਾ ਭਾਸ਼ਾ ਸੰਬੰਧੀ ਸ਼ਬਦਾਵਲੀ, ਕਾਰਡਾਂ ਦੀ ਖੇਡ ਦੁਆਰਾ, ਕਾਰਡਾਂ ਦੇ ਦੁਆਰਾ ਭਾਸ਼ਾ ਸੰਬੰਧੀ ਸ਼ਬਦਾਵਲੀ ਹੈ ਜਿਹੜੀ ਉਹ ਸਿੱਖਦਾ। ਉਸ ਦੇ ਸੁਣਨ ਕੌਸ਼ਲ ਦਾ ਵਿਕਾਸ ਹੁੰਦਾ। ਧਿਆਨ ਰੱਖਣਾ ਤੁਸੀਂ ਇਹ ਗੱਲ ਬਈ ਸਭ ਤੋਂ ਪਹਿਲਾਂ ਖੇਡ ਵਿਧੀ ਦੇ ਵਿੱਚ ਸੁਣਨ ਕੌਸ਼ਲ ਦਾ ਵਿਕਾਸ ਹੁੰਦਾ ਹੈ। ਅਗਰ ਪ੍ਰਸ਼ਨ ਆ ਜੇ ਕਿ ਖੇਡ ਵਿਧੀ ਦੇ ਵਿੱਚ ਵਿਕਾਸ ਹੁੰਦਾ ਹੈ ਸੁਣਨ ਕੌਸ਼ਲ ਦਾ, ਪੜ੍ਹਨ ਕੌਸ਼ਲ ਦਾ, ਬੋਲਣ ਕੌਸ਼ਲ ਦਾ, ਲਿਖਣ ਕੌਸ਼ਲ ਦਾ, ਤਾਂ ਉਹਦਾ ਉੱਤਰ ਪਹਿਲਾ ਜਿਹੜਾ ਹੋਊਗਾ ਉਹ ਹੋਊਗਾ ਸੁਣਨ ਕੌਸ਼ਲ। ਧਿਆਨ ਰੱਖਣਾ ਤੁਸੀਂ। ਪ੍ਰਾਇਮਰੀ ਪੱਧਰ ਤੇ ਬੱਚਾ ਗੀਤਾਂ ਨੂੰ ਖੇਡ ਵਿਧੀ ਦੁਆਰਾ ਹੀ ਸਿੱਖਦਾ ਹੈ। ਲਓ ਜੀ, ਗੱਲ ਹੋ ਗਈ ਕਲੀਅਰ। ਅਗਲੀ ਵਿਧੀ ਹੈ ਜਿਹੜੀ ਪ੍ਰਤੱਖ ਵਿਧੀ ਜਾਂ ਅਪ੍ਰਤੱਖ ਭਾਸ਼ਾ ਵਿਧੀ, ਪ੍ਰਤੱਖ ਵਿਧੀ ਜਾਂ ਪ੍ਰਤੱਖ ਭਾਸ਼ਾ ਵਿਧੀ, ਅਪ੍ਰਤੱਖ ਵਿਧੀ ਜਾਂ ਅਪ੍ਰਤੱਖ ਭਾਸ਼ਾ ਵਿਧੀ। ਐਗਜ਼ਾਮੀਨਰ ਦੀ ਮਰਜ਼ੀ ਹੈ, ਕੋਈ ਵੀ ਨਾਮ ਲਿਖ ਸਕਦਾ ਇਹਦੇ ਵਿੱਚੋਂ। ਸੋ ਪ੍ਰਤੱਖ ਭਾਸ਼ਾ ਵਿਧੀ ਕੀ ਹੁੰਦੀ ਹੈ? ਬੱਚਾ ਮਾਤ ਭਾਸ਼ਾ ਇਸੇ ਵਿਧੀ ਦੁਆਰਾ ਹੀ ਸਿੱਖਦਾ ਹੈ। ਅਗਰ ਪ੍ਰਸ਼ਨ ਆ ਜੇ ਕਿ ਬੱਚਾ ਮਾਤ ਭਾਸ਼ਾ ਕਿਹੜੀ ਵਿਧੀ ਦੁਆਰਾ ਸਿੱਖਦਾ, ਤਾਂ ਉਹ ਹੁੰਦਾ ਪ੍ਰਤੱਖ ਭਾਸ਼ਾ ਵਿਧੀ। ਡਾਇਰੈਕਟ ਮੈਥਡ ਦੁਆਰਾ ਸਿੱਖਦਾ, ਡਾਇਰੈਕਟ, ਵਿੱਚ ਕੋਈ ਵਿਚੋਲਾ ਨਹੀਂ ਗਾ, ਇਨਡਾਇਰੈਕਟ ਨਹੀਂ, ਡਾਇਰੈਕਟ ਸਿੱਖ ਰਿਹਾ। ਅੱਗੇ ਕੀ ਹੈ, ਅਗਲੀ ਗੱਲ ਕੀ ਹੈ? ਮਾਤ ਭਾਸ਼ਾ ਵਾਂਗ ਕਿਸੇ ਦੂਸਰੀ ਭਾਸ਼ਾ ਨੂੰ ਸਿਖਾਉਣਾ ਪ੍ਰਤੱਖ ਵਿਧੀ ਵਿੱਚ ਆਉਂਦਾ ਹੈ। ਜਿਵੇਂ ਬੱਚਾ ਮਾਤ ਭਾਸ਼ਾ ਸਿੱਖਦਾ ਉਵੇਂ ਹੀ ਉਸ ਬੱਚੇ ਨੂੰ ਕੋਈ ਹੋਰ ਭਾਸ਼ਾ ਸਿਖਾਈ ਜਾਵੇ। ਤਾਂ ਇਹ ਬਹੁਤ ਸਾਰੀਆਂ ਵਿਧੀਆਂ। ਹੁਣ ਪ੍ਰਤੱਖ ਭਾਸ਼ਾ ਦੇ ਦੁਆਰਾ ਬਹੁਤ ਸਾਰੇ ਤੁਸੀਂ ਦੇਖ ਲਵੋਗੇ ਇੱਥੋਂ ਲੋਕ ਹੈ ਜਿਹੜੇ ਕੋਈ 4, 5, 10 ਪੜ੍ਹੇ ਹੋਏ, ਉਹ ਇੰਗਲੈਂਡ ਵਰਗੇ ਜਾਂ ਕੈਨੇਡਾ ਵਰਗੇ ਦੇਸ਼ 'ਚ ਚੱਲ ਜਾਂਦੇ ਆ। ਉਹ ਉੱਥੋਂ ਦੀ ਬੋਲੀ ਹੌਲੀ ਹੌਲੀ ਸਿੱਖ ਜਾਂਦੇ ਆ। ਕਿਵੇਂ ਸਿੱਖਦੇ ਆ? ਸਭ ਤੋਂ ਪਹਿਲਾਂ ਪ੍ਰਤੱਖ ਵਿਧੀ ਨਾਲ ਹੀ ਸਿੱਖਦੇ ਆ, ਕਿਉਂਕਿ ਉਹਨਾਂ ਨੂੰ ਕੀ ਕੀਤਾ, ਉੱਥੇ ਲਿਜਾ ਕੇ ਅੰਗਰੇਜ਼ਾਂ ਦੇ ਵਿੱਚ ਛੱਡਤਾ। ਹੁਣ ਉਹਨਾਂ ਨੂੰ ਕੀ ਹੈ, ਉਹਨਾਂ ਨੂੰ ਸਿੱਖਣੀ ਪੈਣੀ ਹੈ। ਫਿਰ ਉਹ ਪ੍ਰਤੱਖ, ਕਿਉਂਕਿ ਆਪ ਤਾਂ ਉਹ ਇੰਨਾ ਟਾਈਮ ਨਹੀਂ ਹੈਗਾ ਵੀ ਕਿਤਾਬ ਲੈ ਕੇ ਪੜ੍ਹ ਸਕਣ, ਕੋਈ ਵਾਕ ਬਣਾ ਸਕਣ, ਨਹੀਂ। ਫਿਰ ਉਹ ਜਿੰਨੇ ਕੁ ਲੋੜੀਂਦੇ ਸ਼ਬਦ ਆ ਉਹ ਪ੍ਰਤੱਖ ਭਾਸ਼ਾ ਵਿਧੀ ਦੇ ਦੁਆਰਾ ਸਿੱਖਦੇ ਆ। ਜਿਵੇਂ ਮਾਤ ਭਾਸ਼ਾ ਡਾਇਰੈਕਟ ਮਾਂ ਦੇ ਨਾਲ ਕਨਵਰਸੇਸ਼ਨ ਹੁੰਦੀ ਹੈ, ਮਾਤਾ ਦੇ ਨਾਲ, ਘਰ ਪਰਿਵਾਰ ਦੇ ਜੀਆਂ ਨਾਲ ਡਾਇਰੈਕਟ ਬੱਚਾ ਸੰਵਾਦ ਕਰਕੇ ਸਿੱਖਦਾ, ਅਤੇ ਉਵੇਂ ਹੀ ਉਹਦੇ ਵਿੱਚ ਸਿੱਖਿਆ ਜਾਂਦਾ। ਦੂਸਰੀ ਕੋਈ ਵੀ ਭਾਸ਼ਾ ਜਿਹੜੀ ਆਪਾਂ ਸਿੱਖ ਸਕਦੇ ਹਾਂ, ਕੋਈ ਵੀ। ਪ੍ਰਤੱਖ ਭਾਸ਼ਾ ਵਿਧੀ ਨਾਲ ਭਾਸ਼ਾ ਸਿੱਖਣੀ ਬਹੁਤ ਸੌਖੀ ਹੈ। ਮੰਨ ਲਓ ਕਿਤੇ ਦੇਸ਼ ਦੀ ਭਾਸ਼ਾ ਤੁਹਾਨੂੰ ਨਹੀਂ ਆ ਰਹੀ,
ਤਾਂ ਉਹਨਾਂ ਦੇ ਵਿੱਚ ਜਾ ਕੇ ਰਹਿਣ ਲੱਗ ਜਾਓ, ਤੁਹਾਨੂੰ ਉਹਨਾਂ ਦੀ ਭਾਸ਼ਾ ਆ ਜੂਗੀ। ਪ੍ਰਤੱਖ ਭਾਸ਼ਾ ਵਿਧੀ ਹੈ ਇਹ। ਅੱਗੇ ਦੇਖੋ, ਇਹ ਪ੍ਰਤੱਖ ਭਾਸ਼ਾ ਵਿਧੀ ਮਾਤ ਭਾਸ਼ਾ ਦੇ ਮਾਧਿਅਮ ਦੁਆਰਾ ਨਵੀਂ ਭਾਸ਼ਾ ਨੂੰ ਸਿਖਾਉਣਾ। ਮਾਤ ਭਾਸ਼ਾ ਵਾਂਗ ਦੂਸਰੀ ਭਾਸ਼ਾ ਨੂੰ ਸਿਖਾਉਣਾ ਪ੍ਰਤੱਖ ਭਾਸ਼ਾ ਵਿਧੀ ਹੈ, ਪਰ ਮਾਤ ਭਾਸ਼ਾ ਦੇ ਮਾਧਿਅਮ ਦੁਆਰਾ ਨਵੀਂ ਭਾਸ਼ਾ ਸਿਖਾਉਣੀ। ਜਿਵੇਂ ਮੰਨ ਲਓ ਤੁਸੀਂ ਇੰਗਲਿਸ਼ ਸਿੱਖਣੀ ਚਾਹੁੰਦੇ ਹੋ, ਤਾਂ ਤੁਸੀਂ ਕੀ ਕਰੋ ਵੀ ਉਸ ਇੰਗਲਿਸ਼ ਨੂੰ, ਇੰਗਲਿਸ਼ ਪੰਜਾਬੀ ਵਾਲੀ ਕੋਈ ਡਿਕਸ਼ਨਰੀ ਚੱਕ ਲਓ, ਤਾਂ ਉਹ ਹੈ ਜਿਹੜਾ ਤੁਸੀਂ ਅੰਗਰੇਜ਼ੀ ਪੰਜਾਬੀ ਦੇ ਦੁਆਰਾ ਸਿੱਖ ਰਹੇ ਆ ਆਪਣੀ ਮਾਤ ਭਾਸ਼ਾ ਦੇ ਮਾਧਿਅਮ ਦੁਆਰਾ, ਆਪਣੀ ਮਾਤ ਭਾਸ਼ਾ ਦੇ ਮੀਡੀਅਮ ਦੁਆਰਾ। ਇਹ ਪ੍ਰਤੱਖ ਭਾਸ਼ਾ ਵਿਧੀ ਹੋ ਗਈ ਨਾ, ਪ੍ਰਤੱਖ ਨਹੀਂ, ਇਹ ਪ੍ਰਤੱਖ ਹੋ ਗਈ। ਕਿਸੇ ਇੱਕ ਵਿੱਚ ਹੋਰ ਭਾਸ਼ਾ ਦਾ ਸਹਾਰਾ ਲੈ ਰਹੇ ਹੋ ਤੁਸੀਂ, ਤਾਂ ਇਸ ਨੂੰ ਕਿਹਾ ਜਾਂਦਾ ਇਹ ਪ੍ਰਤੱਖ ਭਾਸ਼ਾ ਵਿਧੀ। ਸੰਰਚਨਾਤਮਕ ਵਿਧੀ ਕੀ ਹੁੰਦੀ ਹੈ? ਇਸ ਵਿਧੀ ਦੇ ਵਿੱਚ ਮੌਖਿਕ ਕਾਰਜ ਨੂੰ ਭਾਸ਼ਾ ਅਧਿਆਪਨ ਦਾ ਆਧਾਰ ਬਣਾਇਆ ਜਾਂਦਾ। ਸੰਰਚਨਾਤਮਕ ਵਿਧੀ, ਸੰਰਚਨਾ ਮਤਲਬ ਕਿਸੇ ਚੀਜ਼ ਦਾ ਨਿਰਮਾਣ ਕਰਨਾ, ਕਿਹਦਾ? ਵਾਕਾਂ ਦੀ ਸੰਰਚਨਾ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਜਾਂਦਾ ਹੈ। ਸੰਰਚਨਾਤਮਕ ਵਿਧੀ ਦੇ ਵਿੱਚ ਜ਼ੋਰ ਦਿੱਤਾ ਜਾਂਦਾ ਹੈ ਵਾਕਾਂ ਦੀ ਰਚਨਾ ਉੱਤੇ, ਸ਼ਬਦਾਂ ਦੀ ਰਚਨਾ ਉੱਤੇ, ਵਰਨਾਂ ਦੀ ਰਚਨਾ ਉੱਤੇ, ਵਾਕੰਸ਼ਾਂ ਦੀ ਰਚਨਾ ਉੱਤੇ, ਉਪਵਾਕਾਂ ਦੀ ਰਚਨਾ ਉੱਤੇ। ਤਾਂ ਉੱਤਰ ਆਊਗਾ ਜੀ ਵਾਕਾਂ ਦੀ ਸੰਰਚਨਾ ਉੱਪਰ। ਅੱਗੇ ਭਾਸ਼ਾ ਵਿੱਚ ਕੁਝ ਸ਼ਬਦ ਅਤੇ ਵਾਕ ਚੁਣ ਕੇ ਭਾਸ਼ਾ ਸਿਖਾਈ ਜਾਂਦੀ ਹੈ, ਇਸ ਨੂੰ ਕਿਹਾ ਜਾਂਦਾ ਸੰਰਚਨਾਤਮਕ ਵਿਧੀ। ਸੰਰਚਨਾਤਮਕ ਵਿਧੀ ਦਾ ਸੰਬੰਧ ਵਾਕਾਂ ਦੀ ਸੰਰਚਨਾ ਦੇ ਨਾਲ ਹੈ। ਅੱਗੇ ਭਾਸ਼ਾ ਪ੍ਰਯੋਗਸ਼ਾਲਾ ਵਿਧੀ ਤੁਸੀਂ ਪੜ੍ਹ ਹੀ ਲਈ ਹੈ। ਭਾਸ਼ਾ ਪ੍ਰਯੋਗਸ਼ਾਲਾ ਤੇ ਪੂਰੀ ਇੱਕ ਜਮਾਤ ਆਪਣੀ ਹੈਗੀ ਹੈ। ਭਾਸ਼ਾ ਪ੍ਰਯੋਗਸ਼ਾਲਾ ਦਾ ਨਿਰਮਾਣ 1966 ਅਮਰੀਕਾ ਵਿੱਚ ਹੋਇਆ ਸੀ। ਇਸ ਨੂੰ ਭਾਸ਼ਾ ਦੀ ਕਾਰਜਸ਼ਾਲਾ ਵੀ ਕਹਿੰਦੇ ਆ। ਇਸ ਦਾ ਨਿਰਮਾਣ ਵਿਅਕਤੀਗਤ ਅਤੇ ਸਮੂਹਿਕ ਸਿੱਖਿਆ ਵਿੱਚ ਸ਼ਾਮਿਲ ਕਰਨ ਲਈ ਕੀਤਾ ਗਿਆ ਸੀ। ਬਸ ਇਹਦੀ ਵੀਡੀਓ ਤੁਸੀਂ ਦੇਖ ਲੈਣੀ ਹੈ। ਭਾਸ਼ਾ ਪ੍ਰਯੋਗਸ਼ਾਲਾ ਵਿਧੀ ਤੇ ਤੁਹਾਡੀ ਕਲੀਅਰ ਹੈ। ਲਓ ਬੇਟਾ ਜੀ, ਪੰਜਾਬੀ ਭਾਸ਼ਾ ਅਧਿਆਪਨ ਦੀਆਂ ਵਿਧੀਆਂ ਵਾਲੀ ਕਲਾਸ ਤੁਹਾਡੀ ਹੋਈ ਕਲੀਅਰ। ਅਗਲੀ ਜਮਾਤ ਲੈ ਕੇ ਜਲਦੀ ਮਿਲਦੇ ਹਾਂ ਜੀ। ਰੱਬ ਰਾਖਾ।